ਦਲਜੀਤ ਕੌਰ ਜੀ ਆਪ ਜੀ ਨੂੰ ਸੰਬੋਧਨ ਹੋ ਕੇ ਗਏ ਨੇ। ਬੜੀ ਅੱਛੀ ਅਗਵਾਈ ਸੱਜੀ ਤੁਹਾਨੂੰ ਪ੍ਰਦਾਨ ਕਰ ਰਹੇ ਨੇ। ਉਹਨਾਂ ਦੇ ਸਮੂਹ ਸਟਾਫ ਮੈਂਬਰ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਸਾਨੂੰ ਅੱਜ ਦਾ ਇਹ ਵਿਦਿਅਕ ਸੈਮੀਨਾਰ ਇਸ ਵਿਦਿਅਕ ਸੰਸਥਾ ਦੇ ਵਿੱਚ ਕਰਨ ਦਾ ਸੁਭਾਗ ਬਖਸ਼ਿਆ। ਤੁਹਾਡਾ ਸਭਨਾਂ ਦਾ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਬਹੁਤ ਬਹੁਤ ਸਵਾਗਤ ਹੈ। ਸਰਦਾਰ ਭੁਪਿੰਦਰ ਸਿੰਘ ਜੀ ਤੁਹਾਡੇ ਵਿਭਾਗ 'ਚ ਹੀ ਨੌਕਰੀ ਕਰਦੇ ਨੇ ਇੱਥੇ ਹਸਪਤਾਲ 'ਚ ਹੀ, ਜਿਨ੍ਹਾਂ ਦੀ ਅਗਵਾਈ ਦੇ ਵਿੱਚ ਰੋਪੜ ਖੇਤਰ ਦੇ ਵਿੱਚ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੀਆਂ ਸਰਗਰਮੀਆਂ ਚੱਲਦੀਆਂ ਨੇ। ਸਰਦਾਰ ਵਿਕਰਮਜੀਤ ਸਿੰਘ ਜੀ ਰੋਪੜ ਨਵਾਂਸ਼ਹਿਰ ਜ਼ੋਨ ਦੇ ਜੋ ਜ਼ੋਨਲ ਸਕੱਤਰ ਵਜੋਂ ਸੇਵਾਵਾਂ ਨਿਭਾ ਰਹੇ ਨੇ। ਸਰਦਾਰ ਗੁਰਸੰਤ ਸਿੰਘ ਜੀ ਰਿਸਰਚ ਸਕਾਲਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਜੋ PhD ਕਰ ਰਹੇ ਨੇ, ਮੁਕੰਮਲ ਹੋਣ ਵਾਲੀ ਹੈ। ਔਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੀ ਜਿਹੜੀ ਅਕਾਦਮਿਕ ਕੌਂਸਲ ਹੈ ਉਹਦੇ ਡਿਪਟੀ ਚੀਫ ਸਕੱਤਰ ਵਜੋਂ ਸੇਵਾਵਾਂ ਨਿਭਾ ਰਹੇ ਨੇ। ਸਾਰੇ ਜਿਵੇਂ ਪਹਿਲਾਂ ਦੱਸਿਆ ਕਿਰਤੀ ਨੇ ਆਪੋ ਆਪਣਾ ਸਮਾਂ ਕੱਢ ਕੇ ਕਿਸੇ ਨਾ ਕਿਸੇ ਵਿਸ਼ੇ 'ਤੇ ਜਾਂ ਹੋਰ ਸੇਵਾਵਾਂ ਦੇ ਵਿੱਚ ਸ਼ਮੂਲੀਅਤ ਕਰਦੇ ਰਹਿੰਦੇ ਨੇ। ਵੀਰ ਜੀ ਉਹਨਾਂ ਵੱਲੋਂ ਹੁਕਮ ਹੋਇਆ ਅੱਜ ਦਾਸ ਨੂੰ ਤੁਹਾਡੇ ਨਾਲ ਵਿਚਾਰ ਸਾਂਝੇ ਕਰਾਂ। ਤਾਂ ਵਿਸ਼ਾ ਜਿਹੜਾ ਅਸੀਂ ਚੁਣਿਆ ਉਹ ਸਿੱਖ ਧਰਮ ਵਿੱਚ ਔਰਤ ਦਾ ਸਥਾਨ ਅਤੇ ਕਰਤੱਵ ਚੁਣਿਆ। ਜਿੱਥੋਂ ਗੱਲ ਭੈਣ ਜੀ ਉਹਨਾਂ ਨੇ ਖਤਮ ਕੀਤੀ ਸੀ, ਮੈਂ ਆਪਣੀ ਗੱਲ ਸ਼ੁਰੂ ਕਰਨੀ ਚਾਹੁੰਦਾ ਹਾਂ। ਇਹਨੂੰ ਅੱਜ ਤੱਕ ਹੀ ਆਪਾਂ ਸੀਮਤ ਨਾ ਰਹਿਣ ਦਈਏ, ਆਪਾਂ ਆਪਣੇ ਮੂਲ ਨੂੰ ਜ਼ਰੂਰ ਪਛਾਣੀਏ। ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਔਰ ਮੂਲ ਦੇ ਨਾਲ ਜਿਹੜਾ ਸਾਡਾ ਕਰਤੱਵ ਹੈ ਆਪਾਂ ਉਹਨੂੰ ਵੀ ਨਿਭਾਉਣ ਦੇ ਵਿੱਚ ਕਦੇ ਵੀ ਪਿਛਾਂਹ ਨਾ ਹਟੀਏ। ਸਾਡਾ ਸਥਾਨ ਕੀ ਹੈ, ਸਾਡੇ ਅਧਿਕਾਰ ਕੀ ਨੇ, ਸਾਨੂੰ ਇਹਨਾਂ ਪ੍ਰਤੀ ਸੁਚੇਤ ਵੀ ਹੋਣ ਦੀ ਲੋੜ ਹੈ ਔਰ ਇਹਨਾਂ ਨੂੰ ਪ੍ਰਾਪਤ ਵੀ ਕਰਨ ਦੀ ਲੋੜ ਹੈ। ਪਰ ਇਹਦੇ ਨਾਲ ਨਾਲ ਜਿਹੜਾ ਸਾਡਾ ਕਰਤੱਵ ਹੈ, ਜਿਹੜੀ ਸਾਡੀ ਡਿਊਟੀ ਹੈ, ਡੈਡੀਕੇਸ਼ਨ ਹੈ, ਡਿਸਿਪਲਿਨ ਹੈ, ਚਾਹੇ ਡਿਊਟੀ ਹੈ, ਇਹਨੂੰ ਵੀ ਆਪਾਂ ਨੇ ਪੂਰੀ ਤਰ੍ਹਾਂ ਦੇ ਨਾਲ ਨਿਭਾਉਣਾ ਹੈ। ਮੈਂ ਆਪਣੀ ਗੱਲ ਇਤਿਹਾਸ ਤੋਂ ਸ਼ੁਰੂ ਕਰਨ ਲੱਗਾ। ਤੁਸੀਂ ਵੀ ਪੜ੍ਹਿਆ, ਮੈਂ ਵੀ ਪੜ੍ਹਿਆ, ਸੁਣਿਆ ਵੀ ਹੈ। ਇਤਿਹਾਸ 'ਚ ਪੜ੍ਹਿਆ ਹੈ ਕਿ ਔਰਤ ਬਹੁਤ ਬਹਾਦਰ ਹੈ। ਸ਼ਾਸਤਰਾਂ ਵਿੱਚ ਪੜ੍ਹਿਆ ਔਰਤ ਸ਼ਕਤੀ ਹੈ, ਦੇਵੀ ਦੇ ਰੂਪ ਦੇ ਵਿੱਚ, ਦੁਰਗਾ ਦੇ ਰੂਪ ਦੇ ਵਿੱਚ, ਹੋਰ ਵੱਖ-ਵੱਖ ਰੂਪਾਂ ਦੇ ਵਿੱਚ ਔਰਤ ਦੀ ਪੂਜਾ ਵੀ ਕੀਤੀ ਜਾਂਦੀ ਹੈ। ਜਿਸ ਧਰਤੀ 'ਤੇ ਅਸੀਂ ਰਹਿ ਰਹੇ ਹਾਂ ਇੱਥੇ ਤਾਂ ਕਈ ਰੂਪਾਂ ਦੇ ਵਿੱਚ ਔਰਤ ਦੀ ਪੂਜਾ ਕੀਤੀ ਜਾ ਰਹੀ ਹੈ। ਜਦੋਂ ਅੱਖਾਂ ਨਾਲ ਵੇਖਿਆ, ਪਹਿਲੇ ਮਾਂ ਦੇ ਰੂਪ 'ਚ, ਕਦੇ ਭੈਣ ਦੇ ਰੂਪ 'ਚ, ਹੁਣ ਅਸੀਂ ਵੱਡੇ ਹੋ ਗਏ ਹਾਂ, ਤੁਸੀਂ ਉਸ ਉਮਰ ਵੱਲ ਨੂੰ ਵੱਧ ਰਹੇ ਹੋ, ਕਦੇ ਪਤਨੀ ਦੇ ਰੂਪ 'ਚ, ਕਦੇ ਧੀ ਦੇ ਰੂਪ 'ਚ, ਕਦੇ ਭੂਆ ਦੇ ਰੂਪ 'ਚ, ਜਾਂ ਹੋਰ ਕਿਸੇ ਵੀ ਰੂਪ ਦੇ ਵਿੱਚ ਇਹ ਮਹਿਸੂਸ ਹੋਇਆ ਕਿ ਔਰਤ ਮਮਤਾਮਈ ਹੈ। ਤੇ ਜਦੋਂ ਮਹਿਸੂਸ ਕੀਤਾ, ਇਸ ਗੱਲ ਦਾ ਅਹਿਸਾਸ ਹੋ ਗਿਆ ਜੋ ਸੱਚਾਈ ਵੀ ਹੈ ਕਿ ਔਰਤ ਆਪਣੇ ਆਪ ਨੂੰ ਹਰ ਘਾਟ ਵਿੱਚ ਢਾਲਣ ਵਾਲੀ ਹੈ। ਇਹ ਔਰਤ ਹੀ ਹੈ ਜੋ ਤਕਰੀਬਨ 20 ਸਾਲ ਤੋਂ 22 ਸਾਲ ਤੋਂ ਇੱਕ ਬੱਚੀ ਦਾ ਵਿਆਹ ਹੋ ਜਾਂਦਾ ਹੈ। ਪਹਿਲਾਂ 18 ਸਾਲ ਉਮਰ ਸੀ, ਹੁਣ 21 ਸਾਲ ਕੀਤੀ ਜਾ ਰਹੀ ਹੈ। 22, 23, 24, 25 ਦੇ ਕਰੀਬ ਤਕਰੀਬਨ ਇੱਕ ਧੀ ਦਾ ਵਿਆਹ ਹੋ ਜਾਂਦਾ ਹੈ। ਇਹ ਔਰਤ ਹੀ ਹੈ। ਇੱਕ ਵੱਖਰੇ ਮਾਹੌਲ 'ਚ ਚਾਵਾਂ ਦੇ ਨਾਲ, ਸਦਰਾਂ ਦੇ ਨਾਲ ਆਪਣੇ ਬਾਬਲ ਦੇ ਵਿਹੜੇ 'ਚ ਪਲੀ, ਜਵਾਨ ਹੋਈ, ਉਹਦੀ ਹਰ ਇੱਕ ਰੀਝ ਪੂਰੀ ਕੀਤੀ ਗਈ। ਇੱਕ ਵੱਖਰੀ ਜਿਹੀ ਦੁਨੀਆ 'ਚ ਜਿਹਦੇ ਨਾਲ ਕੋਈ ਜਾਣ ਪਛਾਣ ਨਹੀਂ, ਜ਼ਿਆਦਾਤਰ ਬਹੁਤ ਘੱਟ ਕੇਸ ਨੇ ਜਿੱਥੇ ਕਿਤੇ ਜਾਣ ਪਛਾਣ ਹੁੰਦੀ ਹੈ। ਉਹਨਾਂ ਦਾ ਰਹਿਣ ਸਹਿਣ ਵੀ ਵੱਖਰਾ ਹੈ, ਹੋ ਸਕਦਾ ਉਹਨਾਂ ਦੇ ਰਸਮ ਰਿਵਾਜ ਵੀ ਵੱਖਰੇ ਹੋਣ। ਇੱਕ ਅਜਨਬੀ ਦੁਨੀਆ ਦੇ ਵਿੱਚ ਜਾ ਕੇ ਇਸ ਤਰੀਕੇ ਨਾਲ ਔਰਤ ਉੱਥੇ ਢਾਲ ਲੈਂਦੀ ਹੈ, ਕੁਝ ਸਮੇਂ ਬਾਅਦ ਵੇਖਣ ਵਾਲੇ ਨੂੰ ਇਹ ਮਹਿਸੂਸ ਹੁੰਦਾ ਕਿ ਇਹਦਾ ਅਸਲੀ ਜਿਹੜਾ ਘਰ ਹੈ ਇਹੋ ਹੀ ਹੈ ਜਿੱਥੇ ਉਹ ਸਹੁਰੇ ਘਰ ਦੇ ਵਿੱਚ ਰਹਿੰਦੇ। ਆ ਇੱਕ ਪੰਕਤੀ ਲਿਖੀ ਹੈ ਗੁਰਬਾਣੀ ਨੂੰ ਟ੍ਰਾਂਸਲੇਟ ਕਰਕੇ। ਗੁਰਬਾਣੀ ਦੇ ਅਨੁਸਾਰ ਇਸ ਸੰਸਾਰ ਦੇ ਵਿੱਚ ਪੁਰਸ਼ ਕੇਵਲ ਤੇ ਕੇਵਲ ਪਰਮਾਤਮਾ ਹੈ, ਬਾਕੀ ਸਾਰੀਆਂ ਜਿਹੜੀਆਂ ਨੇ ਇਸਤਰੀਆਂ ਹੀ ਨੇ। ਗੁਰਬਾਣੀ ਦੇ ਵਿੱਚ ਵੀ ਜਿਹੜੇ ਪ੍ਰਤੀਕ ਲਏ ਗਏ ਨੇ ਉਹ ਇਸਤਰੀ ਰੂਪ ਦੇ ਵਿੱਚ ਲੈ ਕੇ ਮਨੁੱਖ ਜਾਤੀ ਨੂੰ, ਪ੍ਰਾਣੀ ਮਾਤਰ ਨੂੰ ਸਮਝਾਏ ਗਏ ਨੇ। ਇਹਦਾ ਕਾਰਨ ਵੀ ਇਹੋ ਹੀ ਹੈ ਕਿ ਇਹ ਸ਼ਕਤੀ, ਇਹ ਹੁਨਰ, ਇਹ ਘਾਟ ਔਰਤ ਦੇ ਵਿੱਚ ਹੀ ਹੈ ਕਿ ਆਪਣੇ ਆਪ ਨੂੰ ਹਰ ਘਾਟ ਵਿੱਚੋਂ ਢਾਲ ਲੈਂਦੀ ਹੈ। ਫਿਰ ਵੀ ਇਹ ਸਭ ਕੁਝ ਦੇ ਬਾਵਜੂਦ ਵੀ ਸਾਡੇ ਆਲੇ ਦੁਆਲੇ ਨੂੰ ਮੁੱਢ ਕਦੀਮ ਤੋਂ ਸੁਣਦੇ ਆ ਰਹੇ ਤੇ ਅੱਜ ਵੀ ਹੈ। ਇੱਕ ਐਸੀ ਆਵਾਜ਼ ਹੈ ਜੋ ਔਰਤ ਨੂੰ ਨਿੰਦਦੀ ਹੀ ਜਾ ਰਹੀ ਹੈ।
ਅੱਜ ਹੀ ਨਹੀਂ ਬਲਕਿ ਜੁਗਾਂ ਜੁਗੰਤਰਾਂ ਤੋਂ ਜਦੋਂ ਦੀ ਸ੍ਰਿਸ਼ਟੀ ਰਚੀ ਗਈ ਹੈ, ਜਦੋਂ ਤੋਂ ਸੰਸਾਰ ਨੇ, ਇਸ ਸਮਾਜ ਨੇ ਹੋਸ਼ ਸੰਭਾਲੀ ਹੈ, ਉਦੋਂ ਤੋਂ ਹੀ ਔਰਤ ਨੂੰ ਨੀਵਾਂ ਦਿਖਾਇਆ ਜਾ ਰਿਹਾ, ਭਾਵੇਂ ਪੂਜਾ ਇਹਦੀ ਹੁੰਦੀ ਹੈ। ਹੈਰਾਨੀ ਇਸ ਗੱਲ ਦੀ ਹੈ ਕਿ ਚਾਹੇ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਹੋਰ ਰਹਿਬਰਾਂ ਨੇ ਔਰਤ ਦੇ ਬਾਰੇ 'ਚ ਬੜਾ ਉੱਚਾ ਦਰਜਾ ਦਿੱਤਾ, ਔਰਤ ਨੂੰ ਵਡਿਆਇਆ, ਔਰਤ ਦੀ ਬੜੀ ਮਹਾਨਤਾ ਦਰਸਾਈ, ਦ੍ਰਿੜ ਕਰਵਾਈ, ਇਹਦੇ ਬਾਵਜੂਦ ਵੀ ਔਰਤ ਦੀ ਹਾਲਤ ਨਿੱਘਰਦੀ ਕਿਉਂ ਗਈ ਤੇ ਕਿਉਂ ਜਾ ਰਹੀ ਹੈ? ਇਹ ਸਾਡੇ ਸਾਹਮਣੇ ਸਵਾਲ ਨੇ, ਜਿਨ੍ਹਾਂ ਸਵਾਲਾਂ ਦਾ ਜਵਾਬ ਵੀ ਸਾਨੂੰ ਆਪਣੇ ਆਪ ਤੋਂ ਹੀ ਪਹਿਚਾਨਣਾ ਪਏਗਾ, ਲੱਭਣਾ ਪਏਗਾ। ਕੁਝ ਵਿਦਵਾਨ ਔਰਤਾਂ ਦੇ ਬਾਰੇ ਵਿੱਚ ਕੁਝ ਗਲਤ ਧਾਰਨਾਵਾਂ ਨੇ, ਉਹ ਮੈਂ ਤੁਹਾਡੇ ਨਾਲ ਸਾਂਝੀਆਂ ਕਰਨ ਲੱਗਾ। ਅਰਸਤੂ ਕਹਿੰਦਾ ਹੁਕਮ ਕਰਨਾ ਤੇ ਮਨਾਉਣਾ ਇਹ ਬੰਦੇ ਦੇ ਹਿੱਸੇ ਆਇਆ ਹੈ, ਔਰਤ ਤੇ ਲਾਗੂ ਕੀਤਾ ਜਾ ਸਕਦਾ ਹੈ, ਅਰਸਤੂ ਕਹਿੰਦਾ। ਗੋਰਖਨਾਥ ਜੀ ਨੇ ਬਘਿਆੜਨ ਕਿਹਾ ਔਰਤ ਨੂੰ, ਜਿਸ ਮਾਂ ਦੀ ਕੁੱਖ ਚੋਂ ਜਨਮ ਲਿਆ ਇਹਨਾਂ ਨੇ, ਉਹ ਆਪਣੀ ਮਾਂ ਨੂੰ ਗਾਲਾਂ ਕੱਢ ਰਹੇ ਨੇ। ਦਿਗੰਬਰ ਜੈਨ ਜੀ ਕਹਿੰਦੇ ਨੇ ਕਿ ਜਿੱਥੇ ਔਰਤ ਹੈ ਨਾ ਉੱਥੇ ਭਗਤੀ ਨਹੀਂ ਹੋ ਸਕਦੀ, ਉੱਥੇ ਮੁਕਤੀ ਨਹੀਂ ਮਿਲ ਸਕਦੀ। ਮੰਨੂ ਜੀ ਕਹਿੰਦੇ ਨੇ ਕਿ ਔਰਤ ਨੂੰ ਨਾ ਮਾਪਿਆਂ ਦੇ, ਕਦੇ ਪਤੀ ਦੇ, ਕਦੇ ਬੱਚਿਆਂ ਦੇ ਅਧਿਕਾਰ ਹੇਠ ਹੀ ਰੱਖਣ ਦੀ ਲੋੜ ਹੈ, ਰੱਖਣਾ ਚਾਹੀਦਾ ਹੈ। ਪਤੀ ਦੀ ਮੌਤ ਤੋਂ ਬਾਅਦ ਸਤੀ ਦੀ ਪ੍ਰਥਾ ਵੀ ਸਾਡੇ ਸਮਾਜ ਦੇ ਵਿੱਚ ਪ੍ਰਚਲਿਤ ਰਹੀ ਹੈ, ਜਿਹਦੇ ਖਿਲਾਫ ਗੁਰੂ ਅਮਰਦਾਸ ਜੀ ਮਹਾਰਾਜ ਨੇ ਪਹਿਲੀ ਵਾਰੀ ਆਵਾਜ਼ ਉਠਾਈ ਸੀ। ਅਸਲ 'ਚ ਦੱਸਿਆ ਸੀ ਕਿ ਸਤੀਆਂ ਕਿਹੜੀਆਂ ਨੇ, ਉਹ ਨਹੀਂ ਜਿਹੜੀਆਂ ਪਤੀ ਦੀ ਚਿਤਾ ਨਾਲ ਜਿੰਦਾ ਸੜ ਮਰਦੀਆਂ ਨੇ। ਸਤੀਆਂ ਇਹ ਆਖੀਆਂ ਨੇ ਜੋ ਮੜੀਆਂ ਸੰਗ ਜਲਨ। ਨਾਲੇ ਵੀ ਦੱਸਿਆ ਸੀ ਕਿ ਸਤੀਆਂ ਉਹ ਨੇ ਜਿਹੜੇ ਆਪਣੇ ਪਤੀ ਦੀ ਵਿਰਹੋਂ ਦੀ ਜੋਗ ਨੂੰ ਜੀਵਨ ਭਰ ਬਤੀਤ ਕਰਦੀਆਂ ਨੇ, ਨਿਭਾਉਂਦੀਆਂ ਨੇ। ਔਰ ਜੇਕਰ ਕਿਸੇ ਔਰਤ ਦਾ ਪਤੀ ਚੜ੍ਹਾਈ ਕਰ ਜਾਂਦਾ ਸੀ, ਉਹਦਾ ਪੁਨਰ ਵਿਆਹ ਕਰਨ ਦੀ ਜਿਹੜੀ ਪ੍ਰਥਾ ਸੀ ਉਹ ਵੀ ਗੁਰੂ ਅਮਰਦਾਸ ਜੀ ਮਹਾਰਾਜ ਨੇ ਸ਼ੁਰੂ ਕੀਤੀ ਸੀ। ਔਰ ਮੰਨੂ ਨੇ ਇੱਥੋਂ ਤੱਕ ਕਿਹਾ ਵੀ ਜੇਕਰ ਔਲਾਦ ਨਾ ਹੋਵੇ ਤਾਂ ਹੋਰ ਵਿਆਹ ਕਰਵਾ ਲੈਣਾ ਚਾਹੀਦਾ। ਬੇਸ਼ੱਕ ਕਮੀ ਪੇਸ਼ੀ ਮਰਦ ਦੇ ਵਿੱਚ ਹੀ ਹੋਵੇ, ਜੋ ਅੱਜ ਮੈਡੀਕਲ ਸਾਇੰਸ ਜਿਹਨੂੰ ਸਹੀ ਵੀ ਕਰਦੀ ਹੈ। ਹੁਣ ਇਸ ਸਭ ਕੁਝ ਤੋਂ ਬਾਅਦ ਇੱਕ ਸ਼ਾਇਰ ਨੇ ਜਿਹੜੀਆਂ ਸਤਰਾਂ ਲਿਖੀਆਂ ਨੇ, ਇਹ ਇਹਨਾਂ ਲੋਕਾਂ ਦੇ ਉੱਤੇ पूरियां टुकड़ियाँ ने। औरत ने जन्म दिया मर्दों को, मर्दों ने इसे नीलाम किया, जब जी चाहा मचला कुचला, जब जी चाहा बदनाम किया। अज भी असी समाज के विच सारा कुछ देख रहे हैं, अज भी अखबारों च पढ़ रहे हैं, अज भी असी सोशल मीडिया पर या जो दूजे मीडिया से ये कुछ वेख रहे हैं, जो कुछ घटनावां वापरियां ने। मैं सिर्फ इशारे मत की गल कर रहा, घटनावां तुसीं भी सुनिया ने, सुनते रहे हैं। इतिहास गवाह है। दूजे पासे एक पक्ष तो वो सी जिहड़ा इन्हां विद्वानां ने औरत के प्रति नज़रिया समाज के सामने पेश किया, दूजे पासे वो पक्ष है इतिहास गवाह है जदों भी औरत नूं मौका मिलिया उन्हें जीवन की घौड़ दौड़ के हर मैदान में अपनी योग्यता के ऐसे जोहर विखाए, हर खेतर अथवा हुनर के विच अपनी निपुणता का उस सिक्का विखाया जिससे समुची मनुख जाति मां महसूस कर सकती है। मौका जदों भी मिलिया, चाहे वह कल्पना चावला नूं मिलिया, चाहे वह पीटी ऊषा नूं मिलिया, चाहे वह अज ओलंपिक दे विच एशियाड दे विच सोन तमगे जित के आईयां ने, अनेकां साडीआं पंजाब दीआं देश दीआं जिहड़ियां जाईयां ने, मेरे नाम इस वेले चेते नहीं आ रहे, जां इतिहास दे विच चाहे लक्ष्मी बाई नूं मौका मिलिया ते चाहे होर किसी नूं मौका मिलिया, उन्होंने ऐसा अपना हुनर विखाया कि समुची मनुख जाति जिहड़ी है उसते मान महसूस करती है। आओ औरत नूं वख-वख रूपां च देखण दा जरा यतन करिए। पुत्री होने की हैसीयत उन्होंने पेके घर च देखिए, ब्याहे जान के सस सहुरा पति आदि सेवा च लग्या तकीए, माता बन के धीआं पुत्रां की संभाल ते पालन पोषण में लगी हुई वल निगाह फेरीए। हर हाल में उसनूं दूसरियां दे आराम ते सुख लई अपना जीवन कुर्बान करते असी देखते हैं। जदों असी सारे जाने ना अरदास करते हैं, अरदास दे विच इह गल कहते हैं ना, जिन्हां सिंघां सिंघणियां ने धर्म हित सीस दिते, उस वेले सानूं स्पष्ट हो जाता है कि सिख धर्म दे विच औरत का सखान सावां ते किसी हद तक निविकला है। सिख गुरु साहिबान ने औरत नूं केवल जिस्म या आकार के रूप नहीं देखा, सिर्फ ते सिर्फ गुण रूप के देखा है।
ਗੁਰੂ ਸਾਹਿਬਾਂ ਨੇ ਪਹਿਲਾਂ ਤਾਂ ਉਹਨਾਂ ਗਲਤ ਖਿਆਲਾਂ ਤੇ ਚੋਟ ਮਾਰੀ ਜਿਨ੍ਹਾਂ ਦਾ ਜ਼ਿਕਰ ਮੈਂ ਪਹਿਲਾਂ ਕਰ ਚੁੱਕਾ ਹਾਂ, ਜੋ ਕਹਿੰਦੇ ਨਹੀਂ ਸਨ ਥੱਕਦੇ ਕਿ ਔਰਤ ਮੋਖ ਨੂੰ ਨਹੀਂ ਪਾ ਸਕਦੀ। ਉਹ ਲੋਕ ਜੋ ਇਹ ਕਹਿੰਦੇ ਸਨ ਕਿ ਔਰਤ ਨੂੰ ਹਰ ਸਮੇਂ ਕਦੇ ਪਿਤਾ, ਕਦੇ ਭਰਾ, ਕਦੇ ਪਤੀ ਤੇ ਪਿੱਛੋਂ ਪੁੱਤਰਾਂ ਦੇ ਰੂਪ ਵਿੱਚ ਮਦਦ ਦੀ ਜਾਂ ਸੁਰੱਖਿਆ ਦੀ ਲੋੜ ਹੈ, ਉਹਨਾਂ ਨੂੰ ਸਿੱਖ ਗੁਰੂ ਸਾਹਿਬਾਨਾਂ ਨੇ ਸਮਝਾਇਆ ਔਰਤ ਨੂੰ ਕਿਸੇ ਸਹਾਰੇ ਦੀ ਲੋੜ ਨਹੀਂ, ਸਗੋਂ ਔਰਤ ਤਾਂ ਆਪ ਦੂਜਿਆਂ ਲਈ ਸਹਾਰਾ ਹੈ। ਇਹ ਗੱਲ ਮੈਂ ਸਪਸ਼ਟ ਕਰ ਦਿਆਂ, ਜਿਸ ਵੇਲੇ ਮੈਂ ਆਪਣੀਆਂ ਪ੍ਰੈਜੈਂਟੇਸ਼ਨ ਸਲਾਈਡਸ ਤਿਆਰ ਕੀਤਾ ਸੀ ਨਾ, ਸਿਮਰਨ ਕੌਰ ਪ੍ਰਿੰਸੀਪਲ ਸਤਵੀਰ ਸਿੰਘ ਦੀ ਬੇਟੀ ਹੈ। ਪ੍ਰਿੰਸੀਪਲ ਸਤਵੀਰ ਸਿੰਘ ਕਾਲਜਾਂ 'ਚ ਪੜ੍ਹਾਉਂਦੇ ਰਹੇ, ਪ੍ਰਿੰਸੀਪਲ ਰਹੇ, ਇਤਿਹਾਸ ਦੀਆਂ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ। ਉਹਨਾਂ ਦੀ ਬੇਟੀ ਦੀ ਲਿਖੀ ਹੋਈ ਕਿਤਾਬ ਹੈ ਸਿੱਖ ਧਰਮ ਵਿੱਚ ਔਰਤ ਦਾ ਸਥਾਨ ਅਤੇ ਕਰਤੱਵ। ਉਸ ਦੇ ਵਿੱਚੋਂ ਦੀ ਮੈਂ ਮੈਟਰ ਲਿਆ, ਬੜੀ ਵਧੀਆ ਕਿਤਾਬ ਹੈ, ਮੈਂ ਤੁਹਾਨੂੰ ਪੜ੍ਹਨ ਦੀ ਬੇਨਤੀ ਕਰਦਾ। ਇਸੇ ਤਰ੍ਹਾਂ 2-3 ਕਿਤਾਬਾਂ ਹੋਰ ਨੇ। ਇੱਕ ਮਾਤਾ ਸੁੰਦਰੀ ਕਾਲਜ ਪ੍ਰਿੰਸੀਪਲ ਤੇ ਮਾਤਾ ਸੁੰਦਰੀ ਕਾਲਜ ਦਿੱਲੀ ਦੇ, ਨਵੀਂ ਦਿੱਲੀ ਦੇ ਪ੍ਰਿੰਸੀਪਲ ਸੀ ਡਾਕਟਰ ਗਿੱਲ, ਉਹਨਾਂ ਦੇ ਨਾਮ ਨਾਲ ਲੱਗਦਾ, ਰਵੀ ਸ਼ੇਰਗਿੱਲ ਦੇ ਮਾਤਾ ਜੀ। ਉਹਨਾਂ ਦੀ ਇੱਕ ਬੜੀ ਵਧੀਆ ਕਿਤਾਬ ਹੈ ਲਿਖੀ ਹੋਈ ਪੰਜਾਬ ਦੀਆਂ ਵੀਰ ਨਾਰੀਆਂ। ਇਸੇ ਤਰ੍ਹਾਂ ਇੱਕ ਬਹਾਦਰ ਸਿੰਘ ਦੀਆਂ ਕਿਤਾਬ ਹੈ। ਇਸੇ ਤਰ੍ਹਾਂ 1-2 ਕਿਤਾਬਾਂ ਹੋਰ ਸੀ ਜਿਨ੍ਹਾਂ ਤੋਂ ਮੈਂ ਸਾਰਾ ਮੈਟਰ ਲੈ ਕੇ ਆਪਣਾ ਜਿਹੜਾ ਵਿਸ਼ਾ ਸੀ ਉਹ ਕਈ ਸਾਲ ਪਹਿਲਾਂ ਤਿਆਰ ਕੀਤਾ ਸੀ। ਹੁਣ ਗੁਰੂ ਗ੍ਰੰਥ ਸਾਹਿਬ ਜੀ ਦੀ ਇੱਕ ਬਾਣੀ ਨੂੰ ਪੜ੍ਹੀਏ, ਔਰਤ ਨੂੰ ਸੰਬੋਧਨ ਕਰਨ ਵਾਲੇ ਉਹ ਸ਼ਬਦ ਜੋ ਗੁਰੂ ਸਾਹਿਬਾਨ ਨੇ ਔਰਤ ਨੂੰ ਉਚਾਰਨ ਵਾਸਤੇ ਕਹੇ ਤਾਂ ਸਿੱਖ ਧਰਮ ਵਿੱਚ ਔਰਤ ਦੀ ਪਦਵੀ ਦਾ ਪਤਾ ਲੱਗ ਜਾਵੇਗਾ। ਇਸ ਸੰਬੰਧੀ ਕੁਝ ਉਦਾਹਰਨ, ਭਗਤ ਨਾਮਦੇਵ ਜੀ, ਭਗਤ ਧੰਨਾ ਜੀ ਦਾ ਆਪਣੀ ਪਤਨੀ ਨੂੰ ਘਰ ਕੀਹਨ ਕਹਿਣਾ, ਗੁਰੂ ਨਾਨਕ ਪਾਤਸ਼ਾਹ ਦਾ ਪਾਰ ਜ਼ਾਤ ਕਰ ਆਂਗਣ ਮੇਰੇ ਬੁਲਾਉਣਾ, ਬਲਵੰਡ ਜੀ ਦਾ ਮਾਤਾ ਖੀਵੀ ਜੀ ਨੂੰ ਨੇਕ ਜਨ ਆਖਣਾ। ਇਸ ਪਾਸੇ ਦੀਆਂ ਕੁਝ ਉਦਾਹਰਨਾਂ ਨੇ। ਦੂਜੇ ਪਾਸੇ ਜਦੋਂ ਔਰਤ ਆਪਣੇ ਰੁਤਬੇ ਤੋਂ, ਆਪਣੇ ਦਰਜੇ ਤੋਂ ਹੇਠਾਂ ਡਿੱਗਦੀ ਹੈ, ਉਸ ਵੇਲੇ ਜਿਹੜੇ ਸੰਬੋਧਨ ਕੀਤੇ ਹੋਏ ਨੇ ਗੁਰੂ ਸਾਹਿਬਾਨ ਨੇ ਗੁਰਬਾਣੀ ਦੇ ਵਿੱਚ, ਉਹਨਾਂ ਨੂੰ ਪੜ੍ਹ ਕੇ ਅਹਿਸਾਸ ਹੁੰਦਾ ਹੈ ਕਿ ਗੁਰੂ ਸਾਹਿਬ ਕਿੰਨੇ ਪਰੇਸ਼ਾਨ ਹੁੰਦੇ ਹੋਣਗੇ, ਕਿੰਨੇ ਪਰੇਸ਼ਾਨ ਹੋਏ ਹੋਣਗੇ। ਜਿਹੜੇ ਸ਼ਬਦ ਉਹਨਾਂ ਨੇ ਵਰਤੇ ਨੇ, ਕੁਚੱਜੀ, ਗਰਭ ਗਹੇੜੜੀ, ਮੂਈਏ, ਹਰਨਾਖੀਏ, ਦੁਹਾਗਣ, ਇਸ ਪਾਸੇ ਦੇ ਕੁਝ ਕੁ ਸੰਕੇਤ ਹਨ। ਇੱਕ ਤਰ੍ਹਾਂ ਦੇ ਨਾਲ ਆਪਾਂ ਗਾਲਾਂ ਦੇ ਰੂਪ 'ਚ ਜਿਹੇ ਸ਼ਬਦ ਵਰਤ ਲੈਂਦੇ ਹਾਂ, ਤਾਂ ਇੱਥੋਂ ਸਾਨੂੰ ਅਹਿਸਾਸ ਹੋ ਜਾਣਾ ਚਾਹੀਦਾ ਕਿ ਪੱਥਰ ਰੱਖ ਕੇ ਦਿਲ ਦੇ ਉੱਤੇ ਗੁਰੂ ਸਾਹਿਬਾਨ ਨੇ ਜਦੋਂ ਔਰਤ ਆਪਣੇ ਦਰਜੇ ਤੋਂ ਹੇਠਾਂ ਡਿੱਗਦੀ ਹੈ, ਆਹ ਸ਼ਬਦ ਜਿਹੜੇ ਨੇ ਉਸ ਲਈ ਵਰਤੇ ਨੇ। ਕਿੱਡਾ ਕਿਸੇ ਦੇ ਕਿਹੋ ਜਿਹੇ ਹਾਲਾਤ ਹੋਣਗੇ ਉਸ ਨੂੰ। ਔਰ ਦੂਜੇ ਪਾਸੇ ਔਰਤ ਦੀ ਪਦਵੀ ਮਿੱਥਣ ਵੇਲੇ ਗੁਰੂ ਨਾਨਕ ਦੇਵ ਜੀ ਮਹਾਰਾਜ ਔਰਤ ਨੂੰ ਹੀ ਸਾਰੇ ਸਮਾਜਿਕ ਰਿਸ਼ਤਿਆਂ ਦਾ ਸਰੋਤ ਮੰਨਦੇ ਨੇ। ਆਸਾ ਦੀ ਵਾਰ ਦਾ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪਾਵਨ ਪਵਿੱਤਰ ਫਰਮਾਨ ਹੈ, ਭੰਡ ਜੰਮੀਐ ਭੰਡ ਨਿੰਮੀਐ, ਭੰਡ ਮੰਗਣ ਵਿਆਹੋ, ਭੰਡੋ ਹੋਵੇ ਦੋਸਤੀ, ਭੰਡੋ ਚੱਲੇ ਰਾਹੋ, ਭੰਡ ਮੂਆ ਭੰਡ ਭਾਲੀਐ, ਭੰਡ ਹੋਵੇ ਬੰਦਾਨ, ਸੋ ਕਿਉ ਮੰਦ ਆਖੀਐ, ਜਿਤ ਜੰਮੇ ਰਾਜ਼ਾਨ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਕਿ ਇਸੇ ਔਰਤ ਰੂਪੀ ਭਾਂਡੇ ਤੋਂ ਮਰਦ ਉਪਜਿਆ, ਇਸ ਭਾਂਡੇ ਵਿੱਚ ਹੀ ਨਿੰਮਿਆ। ਮਰਦ ਨਾਲ ਇਸੇ ਦੀ ਮੰਗਣੀ ਹੋਈ, ਫਿਰ ਵਿਆਹ ਹੋਇਆ। ਜੇਕਰ ਕਿਸੇ ਪਤੀ ਦੀ ਪਤਨੀ ਮਰ ਜਾਂਦੀ ਹੈ, ਮੁੜ ਕੇ ਫਿਰ ਇਸੇ ਔਰਤ ਨਾਲ ਵਿਆਹ ਕਰਵਾਉਂਦਾ ਹੈ। ਮਰਦ ਨੂੰ ਸਮਾਜ ਵਿੱਚ ਵਿਚਰਨ ਦਾ ਵੱਲ ਇਸੇ ਨੇ ਸਿਖਾਇਆ ਤੇ ਨਵੀਂ ਪੀੜ੍ਹੀ ਨੇ ਇਸ ਤੋਂ ਸਿੱਖਿਆ ਲਈ। ਗੁਰੂ ਸਾਹਿਬ ਇੱਥੋਂ ਤੱਕ ਵੀ ਕਹਿੰਦੇ ਨੇ ਕਿ ਔਰਤ ਕਰਕੇ ਤਾਂ ਮਰਦ ਜਿਹੜਾ ਡਿਸਪਲਾਈਨ ਹੁੰਦਾ ਹੈ, ਸੰਜਮਧਾਰੀ ਹੁੰਦਾ ਹੈ। ਕਿਉਂ ਨਿੰਦਦੇ ਉਸ ਨੂੰ ਜਿਸ ਤੋਂ ਉਹ ਰਾਜਾ ਪੈਦਾ ਹੋਇਆ, ਜਿਸ ਨੂੰ ਤੁਸੀਂ ਨਿਹਕਲੰਕੀ ਆਖਦੇ ਹੋ। ਔਰ ਇੱਕ ਅਟੱਲ ਸੱਚਾਈ ਹੈ, ਜਿਸ ਘਰ ਵਿੱਚ ਬੱਚੀ ਨਹੀਂ ਨਾ ਹੈ, ਧੀ ਨਹੀਂ ਨਾ ਹੈ, ਉੱਥੇ ਨਾ ਕਲਚਰ ਹੈ ਨਾ ਸ਼ਬਦ ਹੈ। ਸਹਿਜ ਸਵਾਦ ਤਾਂ ਹੋ ਹੀ ਨਹੀਂ ਸਕਦਾ। ਉਹ ਸਮੁੱਚਾ ਘਰ ਖੌਂ ਖੌਂ ਕਰਦਾ ਰਹੇਗਾ ਅਤੇ ਨਜ਼ਰ ਗਿੱਧ ਵਾਲੀ ਹੋ ਜਾਵੇ। ਤੁਸੀਂ ਸੁਣਿਆ ਵੀ ਕਿਤੇ ਇਕੱਲਾ ਮੁੰਡਿਆਂ ਦਾ ਕਾਲਜ ਹੈ? ਸੁਣਿਆ? ਹੋ ਹੀ ਨਹੀਂ ਸਕਦਾ। ਜੇ ਹੋਇਆ ਹੈਗੇ ਇਸ ਨੂੰ ਬੰਦ ਕਰਨੇ ਪਏ, ਉਹ ਕੋ ਐਜੂਕੇਸ਼ਨ ਬਣਾਉਣੇ ਪੈ ਗਏ, ਕਿਉਂਕਿ ਉੱਥੇ ਲੜਾਈ ਝਗੜੇ ਗਾਲੀ ਗਲੋਚ, ਉੱਥੇ ਡਿਸਪਲਿਨ ਨਾਮ ਦੀ ਕੋਈ ਗੱਲ ਹੀ ਨਹੀਂ ਸੀ ਰਹਿ ਗਈ, ਬਲਕਿ ਕੋ ਐਜੂਕੇਸ਼ਨ ਕਾਲਜ ਚੱਲ ਰਹੇ ਨੇ। ਔਰ ਲੜਕੀਆਂ ਦੇ ਕਾਲਜ ਤੇ ਸਕੂਲ ਬੇਅੰਤ ਨੇ ਖੁੱਲ੍ਹ ਰਹੇ, ਕਦੇ ਉੱਥੇ ਸਮੱਸਿਆ ਨਹੀਂ ਆਈ ਇਸ ਤਰ੍ਹਾਂ ਅਨੁਸ਼ਾਸਨ ਦੇ ਪੱਖ। ਕਿਉਂਕਿ ਜਿੱਥੇ ਧੀ ਨਾ ਹੋਈ ਉੱਥੇ ਫਿਰ ਗਾਲਾਂ
ਜਿਹੜੀਆਂ ਨੇ ਉਹ ਪ੍ਰਧਾਨ ਹੋ ਜਾਂਦੀਆਂ ਨੇ। ਉੱਥੇ ਫਿਰ ਸੰਜਮ ਨਹੀਂ ਰਹਿੰਦਾ, ਉੱਥੇ ਫਿਰ ਡਿਸਿਪਲਿਨ ਨਹੀਂ ਰਹਿੰਦਾ, ਉੱਥੇ ਫਿਰ ਸੰਗ ਸ਼ਰਮ ਨਹੀਂ ਰਹਿੰਦੀ, ਉੱਥੇ ਫਿਰ ਕਿਸੇ ਪ੍ਰਕਾਰ ਦਾ ਵੀ ਅਨੁਸ਼ਾਸਨ ਨਹੀਂ ਰਹਿੰਦਾ। ਪਰ ਬੇਟੀ ਬਾਬਲ ਦੇ ਘਰ ਜਿਹੜੀ ਖੁਦ ਮਹਿਸੂਸ ਕਰਦੀ ਹੈ, ਉਹ ਗੁਰਬਾਣੀ ਦੇ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਵਰਣਨ ਕਰਦੇ ਨੇ, ਬਾਬਲ ਕੇ ਘਰ ਬੇਟੜੀ ਬਾਲੀ ਬਾਲੈ ਮੇਹ। ਹੁਣ ਗੁਰਬਾਣੀ ਦੇ ਵਿੱਚ ਮਤ ਮਾਤਾ ਨੂੰ ਮਤ ਦੇਣ ਵਾਲੀ ਕਿਹਾ, ਪਿਤਾ ਨੂੰ ਸੰਤੋਖ ਸ਼ਬਦ ਵਰਤੇ। ਮਤ ਮਾਤਾ ਪਿਤਾ ਸੰਤੋਖ, ਇਹ ਤੋਂ ਹੀ ਸਾਨੂੰ ਅਹਿਸਾਸ ਹੋ ਜਾਂਦਾ ਹੈ ਕਿ ਸਿੱਖਿਆ ਦਾਤੀ ਕੇਵਲ ਮਾਂ ਹੈ। ਔਰ ਇਹ ਸੱਚਾਈ ਹੈ ਕਿ ਸੰਸਾਰ ਦਾ ਭਵਿੱਖ ਔਰਤ ਦੇ ਹੱਥ ਵਿੱਚ ਹੈ, ਉਹ ਜਿਵੇਂ ਦਾ ਚਾਹੇ ਉਹਨੂੰ ਬਣਾ ਸਕਦੀ। ਕਿਉਂਕਿ ਸਿੱਖਿਆ ਮਾਂ ਆਪਣੇ ਧੀਆਂ ਪੁੱਤਾਂ ਨੂੰ ਜਿਹੋ ਜਿਹੀ ਦੇਵੇਗੀ, ਉਹੋ ਜਿਹਾ ਸਮਾਜ ਜਿਹੜਾ ਹੈ ਉਹ ਅੱਗੇ ਆ ਜਾਏ। ਇਤਿਹਾਸ 'ਚ ਅਨੇਕਾਂ ਘਟਨਾਵਾਂ ਆ ਜਾਂਦੀਆਂ ਨੇ। ਭਗਤ ਧਰੂ ਜੀ ਨੂੰ ਉਹਨਾਂ ਦੀ ਮਾਤਾ ਵੱਲੋਂ ਦਿੱਤੀ ਸਿੱਖਿਆ ਕਾਰਨ ਅੱਜ ਵੇਖ ਲਓ ਸਾਰਾ ਤਾਰਾ ਮੰਡਲ ਜਿਹੜਾ ਹੈ ਉਹ ਧਰੂ ਤਾਰੇ ਦੇ ਗਿਰਦ ਜਿਹੜਾ ਘੁੰਮ ਰਿਹਾ ਹੈ। ਐਡਾ ਮਾਣ ਭਗਤ ਧਰੂ ਜੀ ਨੂੰ ਉਹਨਾਂ ਦੀ ਮਾਂ ਨੇ ਦਿੱਤੀ ਸਿੱਖਿਆ ਕਰਕੇ। ਅਨੇਕਾਂ ਘਟਨਾਵਾਂ ਸਾਡੇ ਕੋਲ ਹੋਰ ਵੀ ਸੰਸਾਰ 'ਚ ਆ ਜਾਂਦੀਆਂ ਨੇ, ਇਤਿਹਾਸ ਦੇ ਵਿੱਚੋਂ ਮਿਲ ਜਾਂਦੀਆਂ। ਮਾਂ ਦੀ ਤਾਂ ਅਸੀਸ ਵਿੱਚ ਵੀ ਜਿੱਥੇ ਭਾਵਨਾ ਹੈ ਉੱਥੇ ਭਾਵ ਵੀ ਹੈ। ਮਾਂ ਉਹ ਅਸੀਸ ਪੜ੍ਹਨ ਨਾਲ ਸੰਬੰਧ ਰੱਖਦੀ ਹੈ ਜਿਹੜੀ ਮਾਤਾ ਭਾਨੀ ਜੀ ਨੇ ਗੁਰੂ ਅਰਜਨ ਦੇਵ ਜੀ ਨੂੰ ਦਿੱਤੀ ਸੀ। ਕਿਹੜੀ? ਪੂਤਾ ਮਾਤਾ ਕੀ ਅਸੀਸ, ਨਿਮਖ ਨਾ ਵਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਤ। ਜੇਕਰ ਇੱਕ ਮਾਂ ਆਪਣੇ ਧੀਆਂ ਜਾਂ ਪੁੱਤਾਂ ਨੂੰ ਐਸੀ ਅਸੀਸ ਦੇ ਦੇਵੇ, ਮੇਰੇ ਧੀਓ ਮੇਰੇ ਪੁੱਤੋ ਮੈਂ ਤੁਹਾਨੂੰ ਐਸੀ ਅਸੀਸ ਦਿੰਦੀ ਹਾਂ ਕਿ ਤੁਹਾਨੂੰ ਪਾਰਬ੍ਰਹਮ ਪਰਮੇਸ਼ਰ ਪਰਮਾਤਮਾ ਕਦੇ ਨਾ ਭੁੱਲੇ। ਫਿਰ ਕੋਈ ਗਲਤੀ ਕਰ ਲੂੰਗਾ, ਕਦੇ ਕੋਈ ਮਾੜਾ ਕੰਮ ਕਰ ਲੂੰਗਾ, ਧੀ ਪੁੱਤ ਜਦੋਂ ਪਰਮਾਤਮਾ ਨੂੰ ਚੇਤੇ ਰੱਖੂੰਗਾ, ਉਹ ਨੇਕ ਇਨਸਾਨ ਬਣੂੰਗਾ, ਨੈਤਿਕ ਕਦਰਾਂ ਕੀਮਤਾਂ ਦਾ ਮਾਲਕ ਬਣੇਗਾ। ਉਹ ਗਲਤ ਕੰਮ ਕਰ ਹੀ ਨਹੀਂ ਸਕਦਾ, ਗਲਤ ਕੰਮ ਬਾਰੇ ਸੋਚ ਹੀ ਨਹੀਂ ਸਕਦਾ। ਐਸੀ ਸਿੱਖਿਆ ਮਾਂ ਦੇਣ ਵਾਲੀ। ਔਰ ਇਸੇ ਤਰ੍ਹਾਂ ਜਦੋਂ ਗੁਰੂ ਸਾਹਿਬਾਨ ਨੇ ਭੈਣ ਦੇ ਰੂਪ ਵਿੱਚ ਔਰਤ ਨੂੰ ਤੱਕਿਆ ਤਾਂ ਉਸ ਨੂੰ ਵਿਰਹੋਂ ਦੇ ਰੂਪ 'ਚ ਪ੍ਰਗਟਾਇਆ ਹੈ। ਗੁਰੂ ਜੀ ਭੈਣ ਤੇ ਭਰਾ ਦੇ ਰਿਸ਼ਤੇ ਨੂੰ ਆਤਮਾ ਤੇ ਬਦਨ ਦੇ ਰਿਸ਼ਤੇ ਨਾਲ ਪ੍ਰਗਟਾਉਂਦੇ ਹਨ। ਵੀਰਾ ਵੀਰਾ ਕਰ ਰਹੀ ਵੀਰ ਪਏ ਬਹਿਰਾਏ, ਵੀਰ ਚਲੇ ਕਰੇ ਆਪਣੇ ਬਹਿਨ ਵਿਰਹਿ ਜਲ ਰਹੇ। ਔਰ ਗੁਰਬਾਣੀ ਦੇ ਵਿੱਚ ਪਤਨੀ ਦੀ ਪਦਵੀ ਸਿੱਖ ਘਰ ਵਿੱਚ ਦਰਸਾਉਂਦੇ ਹੋਏ ਗੁਰੂ ਜੀ ਕਹਿੰਦੇ ਨੇ ਕਿ ਉਹ ਪੁਰਸ਼ ਕਾਮ ਦਾ ਮਾਰਿਆ ਧੂਸ਼ ਹੈ ਜੋ ਆਪਣੀ ਪਤਨੀ ਛੱਡ ਕੇ ਬਹੁ ਨਾਰੀ ਵੱਲ ਝਾਕਦਾ ਹੈ। ਇੱਕ ਨਾਰੀ ਜਤੀ ਦਾ ਜਿਹੜਾ ਕਨਸੈਪਟ, ਜਿਹੜਾ ਸੰਕਲਪ ਗੁਰਬਾਣੀ ਦੇ ਵਿੱਚ ਗੁਰੂ ਸਾਹਿਬਾਨ ਨੇ ਸਾਨੂੰ ਦਿੱਤਾ, ਇਹਨੂੰ ਛੱਡਣ ਦਾ ਕਾਰਨ ਹੀ ਹੈ, ਇਹ ਤੋਂ ਭਟਕਣ ਦਾ ਕਾਰਨ ਹੀ ਹੈ ਕਿ ਅੱਜ ਏਡਸ ਵਰਗੀਆਂ ਭਿਆਨਕ ਬਿਮਾਰੀਆਂ ਦਾ ਸਮਾਜ ਨੂੰ ਸਾਹਮਣਾ ਕਰਨਾ ਪੈ ਰਿਹਾ। ਕਿਆ ਗਲਾਇਓ ਭੂਸ਼ ਪ੍ਰਵੇਲ ਨਾ ਜੋਹੇ ਕੰਤ ਤੂੰ, ਨਾਨਕ ਫੁੱਲਾ ਸੰਦ ਵਾਰ ਖਿੜਿਆ ਹਬ ਸੰਸਾਰ ਜੀ। ਗੁਰੂ ਸਾਹਿਬ ਨੇ ਨਵਾਂ ਰਾਹ ਦਰਸਾਇਆ, ਸਮਾਜ ਨੂੰ ਦੱਸਿਆ ਕਿ ਔਰਤ ਕਿਸੇ ਪੱਖੋਂ ਨੀਵੀਂ ਨਹੀਂ ਸਗੋਂ ਬਰਾਬਰ ਦੀ ਭਾਈਵਾਲ ਹੈ। ਜੇ ਗੁਰੂ ਸਾਹਿਬਾਨ ਨੇ ਔਰਤ ਨੂੰ ਇਤਨੀ ਉੱਚੀ ਪਦਵੀ ਦਿੱਤੀ ਤਾਂ ਘਰ ਵਿੱਚ ਆਪਣਾ ਰੋਲ ਨਿਭਾਉਣ ਵਿੱਚ ਵੀ ਔਰਤ ਨੇ ਢਿੱਲ ਸੰਕੋਚ ਨਹੀਂ ਕੀਤਾ। ਆਓ ਸਿੱਖ ਇਤਿਹਾਸ ਦੇ ਵਿੱਚੋਂ ਦੀ ਕੁਝ ਕੁ ਉਹਨਾਂ ਮਹਾਨ ਬੀਬੀਆਂ ਵੱਲੋਂ ਨਿਭਾਏ ਫਰਜ਼ਾਂ ਤੇ ਕਰਤੱਵਾਂ ਦਾ ਜ਼ਿਕਰ ਕਰੀਏ, ਜਿਨ੍ਹਾਂ ਨੇ ਨਾ ਕੇਵਲ ਔਰਤ ਜਾਤੀ ਦਾ ਸਿਰ ਉੱਚਾ ਕੀਤਾ ਸਗੋਂ ਆਪਣੇ ਵੱਲੋਂ ਨਿਭਾਏ ਰੋਲ ਸਦਕਾ ਉਹਨਾਂ ਦਾ ਨਾਂ ਸਿੱਖ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਨਾਲ ਲਿਖਿਆ ਗਿਆ। ਮੈਂ ਕੇਵਲ ਸਿੱਖ ਇਤਿਹਾਸ ਚੋਂ ਕੁਝ ਬੀਬੀਆਂ ਲੈ ਰਿਹਾ, ਬਾਕੀ ਇਤਿਹਾਸ ਚੋਂ ਨਹੀਂ, ਕਿਉਂਕਿ ਜੇ ਮੈਂ ਬਾਕੀ ਪਾਸੇ ਵੀ ਜਾਂਦਾ ਤਾਂ ਮੇਰਾ ਵਿਸ਼ਾ ਜਿਹੜਾ ਸੀ ਉਹ ਬਹੁਤ ਲੰਬਾ ਸਮਾਂ ਮੰਗ ਕਰਨ ਲੱਗ ਜਾਣਾ ਸੀ। ਤਾਂ ਜਿੰਨਾ ਕੁ ਸਮਾਂ ਮੈਨੂੰ ਮਿਲਿਆ ਉਸ ਸਮੇਂ ਦੇ ਵਿੱਚ ਮੈਂ ਸਿੱਖ ਇਤਿਹਾਸ ਚੋਂ ਕੁਝ ਬੀਬੀਆਂ ਦਾ ਜ਼ਿਕਰ ਤੁਹਾਡੇ ਨਾਲ ਸਾਂਝਾ ਕਰਿਆ। ਦੌਲਤਾਂ ਦਾਈ ਜਾਣਦਾ ਜੀ, ਕੋਈ ਦੱਸ ਸਕਦਾ ਦੌਲਤਾਂ ਦਾਈ ਜੀ ਕੌਣ? ਤੁਸੀਂ ਨਰਸਿੰਗ ਨਾਲ ਸੰਬੰਧ ਰੱਖਦੇ ਹੋ, ਇਹ ਬੀਬੀ ਜੀ ਵੀ ਨਰਸਿੰਗ ਨਾਲ ਸੰਬੰਧ ਰੱਖਦੇ ਸੀ। ਉਸ ਸਮੇਂ ਦਾਈ ਕਿਹਾ ਜਾਂਦਾ ਸੀ। ਜਦੋਂ ਅਸੀਂ ਜਨਮੇ ਸਾਂ, ਸਾਡਾ ਜਨਮ ਵੀ ਦਾਈ ਦੇ ਹੱਥਾਂ ਰਾਹੀਂ ਹੋਇਆ। ਅੱਜ ਸਮਾਂ ਬਦਲਣ ਦੇ ਨਾਲ, ਹਾਲਾਤ ਬਦਲਣ ਦੇ ਨਾਲ ਬੱਚਿਆਂ ਦਾ ਜਿਹੜਾ ਜਨਮ ਹੈ ਉਹ ਘਰਾਂ 'ਚ ਦਾਈਆਂ ਦੇ ਹੱਥੋਂ ਨਹੀਂ ਬਲਕਿ ਹਸਪਤਾਲਾਂ ਦੇ ਵਿੱਚ ਹੋ ਰਿਹਾ। ਨਰਸਿਸ ਔਰ ਡਾਕਟਰ ਜਿਹੜੇ ਨੇ ਉਹ ਸੇਵਾਵਾਂ ਬੱਚੇ ਨੂੰ ਜਨਮ ਦੇਣ ਦੇ ਲਈ, ਮਾਂ ਦੀ ਸਹਾਇਤਾ ਦੇ ਲਈ ਨਿਭਾਉਂਦੇ ਨੇ। ਦੌਲਤਾਂ ਦਾਈ ਜੀ
ਉਹ ਮਹਾਨ ਔਰਤ ਸੀ ਜਿਹਦੇ ਹੱਥਾਂ 'ਚ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਅਵਤਾਰ ਧਾਰਿਆ। ਔਰ ਉਹ ਮਹਾਨ ਔਰਤ ਦੌਲਤਾਂ ਦਾਈ ਜਿਹਨੂੰ ਗੁਰੂ ਨਾਨਕ ਦੇਵ ਜੀ ਦੇ ਮਾਤਾ ਜੀ ਤੋਂ ਪਹਿਲਾਂ ਵੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਦੀਦਾਰ ਕਰਨ ਦਾ, ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ, ਜਿਹਨੂੰ ਆਪਣੀ ਗੋਦੀ ਦੇ ਵਿੱਚ ਲੈਣ ਦਾ ਸੁਭਾਗ ਪ੍ਰਾਪਤ। ਤੇ ਜਿਸ ਵੇਲੇ ਗੁਰੂ ਨਾਨਕ ਨੇ ਅਵਤਾਰ ਧਾਰਿਆ, ਦੌਲਤਾਂ ਦਾਈ ਜੀ ਨੂੰ ਇਹਨਾਂ ਦੇ ਪਿਤਾ ਮਹਿਤਾ ਕਾਲੂ ਰਾਏ ਜੀ ਧਨ ਦੌਲਤ ਦੇਣ ਲੱਗੇ। ਦੌਲਤਾਂ ਦਾਈ ਜੀ ਨੇ ਇਨਕਾਰ ਕਰ ਦਿੱਤਾ ਕਿ ਇਸ ਬੱਚੇ ਨੂੰ ਗੋਦੀ 'ਚ ਲੈ ਕੇ ਔਰ ਇਸ ਬੱਚੇ ਦਾ ਮਸਤਕ ਦੇਖ ਕੇ, ਬੱਚੇ ਦੇ ਦਰਸ਼ਨ ਕਰਕੇ ਮੈਨੂੰ ਜੋ ਦੌਲਤ ਮਿਲੀ ਹੈ ਉਹ ਹੋਰ ਕਿਸੇ ਪਾਸੋਂ ਪ੍ਰਾਪਤ ਨਹੀਂ ਹੋ ਸਕਦੀ। ਮੈਂ ਕੇਵਲ ਨਾਮ ਦੀ ਦੌਲਤਾਂ ਸੀ, ਪਰ ਅੱਜ ਇਸ ਬੱਚੇ ਦੇ ਦਰਸ਼ਨ ਕਰਕੇ, ਇਹਨੂੰ ਗੋਦੀ 'ਚ ਚੁੱਕ ਕੇ, ਬੜੇ ਹੀ ਬੱਚਿਆਂ ਨੇ ਮੇਰੇ ਹੱਥਾਂ 'ਚ ਜਨਮ ਲਿਆ, ਪਰ ਇਹ ਬੱਚਾ ਜਿਹੜਾ ਹੈ ਇਹ ਮੈਨੂੰ ਪ੍ਰਮਾਤਮਾ ਦਾ ਹੀ ਰੂਪ ਜਾਪਦਾ ਹੈ। ਅੱਜ ਮੈਂ ਨਾਮ ਦੀ ਦੌਲਤਾਂ ਨਹੀਂ ਰਹੀ, ਮੈਂ ਅਸਲ ਮਾਨਿਆਂ ਦੇ ਵਿੱਚ ਜਿਹੜੀ ਦੌਲਤਾਂ ਹੈ, ਦੌਲਤਾਂ ਦੀ ਜਿਹੜੀ ਭੰਡਾਰ ਮੇਰੇ ਕੋਲ ਆ ਗਿਆ ਤੇ ਅਸਲ ਮਾਨਿਆਂ 'ਚ ਮੈਂ ਦੌਲਤਾਂ ਮਿਲ ਗਈ। ਮਾਤਾ ਦਿੱਤਾ ਜੀ ਕੌਣ ਸੀ ਜੀ? ਨਾਨਕ ਦੇਵ ਜੀ ਮਹਾਰਾਜ ਦੇ ਸਤਿਕਾਰਯੋਗ ਮਾਤਾ। ਸੰਸਾਰ ਦੀ ਐਸੀ ਪਹਿਲੀ ਮਹਾਨ ਔਰਤ ਹੈ ਜਿਹਨੂੰ ਨਾ ਕੇਵਲ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਆਪਣੀ ਕੁੱਖ 'ਚ ਪਾਲਣ ਦਾ ਸੁਭਾਗ ਪ੍ਰਾਪਤ ਹੋਇਆ, ਬਲਕਿ ਅਵਤਾਰ ਦੇਣ ਤੋਂ ਬਾਅਦ, ਜਨਮ ਦੇਣ ਤੋਂ ਬਾਅਦ ਗੁਰੂ ਨਾਨਕ ਪਾਤਸ਼ਾਹ ਦਾ ਪਾਲਣ ਪੋਸ਼ਣ ਕਰਨ ਦਾ ਸੁਭਾਗ ਵੀ ਪ੍ਰਾਪਤ ਹੋਇਆ। ਸੰਸਾਰ 'ਚ ਕੁਝ ਹੋਰ ਵੀ ਵੱਖ-ਵੱਖ ਧਰਮਾਂ ਦੇ ਰਹਿਬਰ ਆਏ ਨੇ, ਮਹਾਂਪੁਰਖ ਆਏ ਨੇ। ਹਜ਼ਰਤ ਮੁਹੰਮਦ ਜੀ ਇਸਲਾਮ ਧਰਮ ਦੇ ਬਾਨੀ, ਉਹਨਾਂ ਦੀ ਮਾਂ ਨੇ ਪੁੱਤਰ ਨੂੰ ਜਨਮ ਤਾਂ ਦਿੱਤਾ, ਅਵਤਾਰ ਤਾਂ ਧਾਰਿਆ ਹਜ਼ਰਤ ਜੀ ਨੇ, ਹਜ਼ਰਤ ਮੁਹੰਮਦ ਜੀ ਨੇ, ਪਰ ਉਹਨਾਂ ਦੇ ਸਤਿਕਾਰਯੋਗ ਮਾਤਾ ਜੀ ਨੂੰ ਆਪਣੇ ਪੁੱਤਰ ਦਾ ਪਾਲਣ ਪੋਸ਼ਣ ਕਰਨ ਦਾ ਸੁਭਾਗ ਦਿੱਤਾ। ਹਜ਼ਰਤ ਈਸਾ ਜੀ, ਈਸਾ ਮਸੀਹ ਜੀ, ਜਿਨ੍ਹਾਂ ਹਾਲਾਤਾਂ ਦੇ ਵਿੱਚ ਉਹਨਾਂ ਅਵਤਾਰ ਧਾਰਿਆ, ਜਨਮ ਹੋਇਆ, ਉਹਨਾਂ ਦੀ ਮਾਂ ਨੂੰ ਵੀ ਆਪਣੇ ਪੁੱਤਰ ਦਾ ਪਾਲਣ ਪੋਸ਼ਣ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਕ੍ਰਿਸ਼ਨ ਜੀ ਮਹਾਰਾਜ, ਜਿਨ੍ਹਾਂ ਹਾਲਾਤਾਂ 'ਚ ਉਹਨਾਂ ਨੇ ਅਵਤਾਰ ਧਾਰਿਆ, ਮਾਤਾ ਜੀ ਨੂੰ, ਉਹਨਾਂ ਦੇ ਜਿਹੜੇ ਮਾਤਾ ਸੀ ਦੇਵਕੀ ਜੀ, ਉਹਨਾਂ ਨੂੰ ਆਪਣੇ ਪੁੱਤਰ ਦਾ ਪਾਲਣ ਪੋਸ਼ਣ ਕਰਨ ਦਾ ਸੁਭਾਗ ਪ੍ਰਾਪਤ ਨਹੀਂ ਹੋਇਆ। ਪਾਲਣ ਵਾਲੀ ਮਾਂ ਹੋਰ ਹੈ, ਬਲਕਿ ਜਨਮ ਦੇਣ ਵਾਲੀ ਮਾਂ ਕ੍ਰਿਸ਼ਨ ਜੀ ਮਹਾਰਾਜ ਦੀ ਜਨਮਦਾਤਾ ਹੋਈ। ਇਹ ਕੇਵਲ ਤੇ ਕੇਵਲ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਤਿਕਾਰਯੋਗ ਮਾਤਾ ਜੀ ਨੇ ਸੁਭਾਗ ਪ੍ਰਾਪਤ ਕੀਤਾ ਹੈ, ਆਪਣੇ ਪੁੱਤਰ ਨੂੰ ਜਨਮ ਵੀ ਦਿੱਤਾ ਔਰ ਆਪਣੇ ਪੁੱਤਰ ਦਾ ਪਾਲਣ ਪੋਸ਼ਣ ਕੀਤਾ। ਬੇਬੇ ਨਾਨਕੀ ਜੀ ਕੌਣ ਸੀ ਜੀ? ਦੋ ਨਾਨਕੀ ਸਿੱਖ ਇਤਿਹਾਸ ਚਾਹੁੰਦੇ ਨੇ, ਇੱਕ ਬੇਬੇ ਨਾਨਕੀ ਜੀ, ਇੱਕ ਮਾਤਾ ਨਾਨਕੀ ਜੀ। ਉਹ ਚੱਲ ਕੇ ਆਪਾਂ ਅੱਗੇ ਜ਼ਿਕਰ ਕਰਾਂਗੇ। ਗੁਰੂ ਨਾਨਕ ਦੇਵ ਜੀ ਦੀ ਵੱਡੀ ਭੈਣ, ਜਿਨ੍ਹਾਂ ਪਹਿਲੀ ਸਿੱਖ ਗੁਰੂ ਨਾਨਕ ਦੀ ਹੋਣ ਦਾ ਜਿਹਨੂੰ ਸੁਭਾਗ ਪ੍ਰਾਪਤ ਹੋਇਆ, ਮੇਰੀ ਧੀਓ, ਗੁਰੂ ਨਾਨਕ ਨੇ ਸਿੱਖੀ ਆਰੰਭ ਕੀਤੀ ਔਰ ਗੁਰੂ ਨਾਨਕ ਦਾ ਸਿੱਖ ਜੇ ਕੋਈ ਪਹਿਲਾ ਹੋਇਆ ਤਾਂ ਉਹਦਾ ਸੁਭਾਗ ਵੀ ਬੀਬੀਆਂ ਨੂੰ ਪ੍ਰਾਪਤ ਹੋਇਆ, ਤੁਹਾਨੂੰ ਪ੍ਰਾਪਤ ਹੋਇਆ। ਬੇਬੇ ਨਾਨਕੀ ਜੀ ਗੁਰੂ ਨਾਨਕ ਦੀ ਪਹਿਲੀ ਸਿੱਖ। ਦੂਜੇ ਸਿੱਖ ਰਾਏ ਬੁਲਾਰ ਜੀ ਨੇ। ਉਸ ਤੋਂ ਬਾਅਦ ਜਿਹੜੇ ਬਾਕੀ ਗੁਰੂ ਨਾਨਕ ਦੇ ਸਿੱਖ ਬਣਦੇ ਚਲੇ ਗਏ, ਗੁਰੂ ਨਾਨਕ ਨਾਮ ਲੇਵਾ ਬਣਦੇ ਚਲੇ ਗਏ। ਔਰ ਬੇਬੇ ਨਾਨਕੀ ਜੀ ਨੇ ਭੈਣ ਦੇ ਰੂਪ ਦੇ ਵਿੱਚ ਜੋ ਰੋਲ ਨਿਭਾਇਆ ਨਾ, ਉਹ ਸਾਡੇ ਲਈ ਰੋਲ ਨਿਭਾਇਆ। ਆ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਚਾਰ ਉਦਾਸੀਆਂ ਤੇ ਜਾਣ ਲੱਗਦੇ ਨਾ, ਸੰਸਾਰ ਦਾ ਪਾਰ ਉਤਾਰਾ ਕਰਨ ਲਈ, ਕਿਰਤੀ ਨੇ ਅੰਦਰ ਆਪਣੇ ਕੋਲ ਪੈਸਾ ਹੈਗਾ, ਆਪ ਵੀ ਰਬਾਬ ਬਣਾ ਸਕਦੇ ਸੀ, ਪਰ ਇਸ ਰਬਾਬ ਨੂੰ ਬਣਾਉਣ ਦੇ ਜਿਹੜੇ ਪੈਸੇ ਸੀਗੇ ਨਾ, ਉਹ ਬੇਬੇ ਨਾਨਕੀ ਜੀ ਤੋਂ ਲਏ। ਫਿਰੰਦਾ ਜਿਨ੍ਹਾਂ ਨੇ ਰਬਾਬ ਬਣਾਈ ਸੀ, ਉਹਨੂੰ ਰਬਾਬ ਬਣਾਉਣ ਦੀ ਭੇਟਾ ਬੇਬੇ ਨਾਨਕੀ ਜੀ ਨੇ ਅਦਾ ਕੀਤੀ ਸੀ। ਕਿਉਂ? ਕਿ ਮੈਂ ਉਦਾਸੀਆਂ ਤੇ ਜਾ ਰਿਹਾ, ਇਸ ਰਬਾਬ ਦੇ ਰੂਪ ਦੇ ਵਿੱਚ ਮੇਰੀ ਭੈਣ ਦਾ ਪਿਆਰ ਹਮੇਸ਼ਾ ਮੇਰੇ ਨਾਲ ਹੈ। ਤੇ ਭਾਈ ਮਰਦਾਨਾ ਜੀ ਨੇ ਇਸ ਰਬਾਬ ਨੂੰ ਇੰਜ ਇੱਕ ਦੇ ਨਾਲ ਲਾ ਕੇ ਰੱਖਿਆ ਜਿਵੇਂ ਬੱਚਾ ਕਿਸੇ ਨੇ ਗੋਦੀ ਚੁੱਕਿਆ। ਔਰ ਇਸ ਰਬਾਬ ਦੀਆਂ ਧੁਨਾਂ ਤੇ ਪਹਿਲੀ ਵਾਰ ਗੁਰੂ ਨਾਨਕ ਦੀ ਬਾਣੀ ਗਾਈ ਗਈ। ਭਾਈ ਮਰਦਾਨਾ ਜੀ ਜਿਹੜੇ ਸੰਸਾਰ ਦੇ ਪ੍ਰਸਿੱਧ ਸੰਗੀਤਕਾਰ ਅਕਬਰ ਦੇ 9 ਰਤਨਾਂ ਚੋਂ ਇੱਕ, ਤਾਨਸੈਨ ਦੇ ਉਸਤਾਦ ਭਗਤ ਹਰਦਾਸ ਜੀ ਦੇ ਉਸਤਾਦ ਸੀਗੇ। ਤੁਸੀਂ ਅੰਦਾਜ਼ਾ ਲਾ ਲਓ ਕਿ ਭਾਈ ਮਰਦਾਨਾ ਜੀ ਕਿੰਨੇ ਵੱਡੇ ਸੰਗੀਤਕਾਰ ਹੋਣਗੇ। ਇਹਨਾਂ ਦੀ ਰਬਾਬ ਦੀਆਂ ਧੁਨਾਂ ਤੇ ਪਹਿਲੀ ਵਾਰੀ ਗੁਰੂ ਨਾਨਕ ਦੀ ਬਾਣੀ ਗਾਈ ਗਈ। ਔਰ ਇਹ ਗਾਈ ਬਾਣੀ ਦਾ ਸਦਕਾ ਹੀ ਸੀ ਕਿ ਸੱਜਣ ਠੱਗ ਵਰਗੇ ਅਸਲ ਮਾਨਿਆਂ 'ਚ ਸੱਜਣ ਬਣ ਗਏ।
ਬਲੀ ਕੰਧਾਰੀ ਵਰਗੇ, ਹਰਨਾਕਸ਼ ਵਰਗੇ, ਬਲੀ ਕੰਧਾਰੀ ਵਰਗੇ ਤੇ ਹੋਰ ਅਨੇਕਾਂ ਜਿਹੜੇ ਸੀਗੇ, ਉਹਨਾਂ ਨੇ ਮਾੜੇ ਕੰਮ ਛੱਡ ਕੇ ਚੰਗੇ ਕੰਮ ਜਿਹੜੇ ਕਰਨੇ ਸੀ ਉਹ ਆਰੰਭ ਕਰ ਦਿੱਤੇ ਸੀ। ਇਹ ਬੇਬੇ ਨਾਨਕੀ ਜੀ ਦੇ ਤਿਆਰ ਕਰਕੇ ਦਿੱਤੇ ਸਾਜ਼ ਰਵਾਬ ਦੀ ਬਦੌਲਤ ਸੀ। ਮਾਤਾ ਸੁਲੱਖਣੀ ਕੌਣ ਸੀ ਜੀ? ਹੈ ਜੀ, ਗੁਰੂ ਨਾਨਕ ਦੇਵ ਜੀ ਦੀ ਸੁਪਤਨੀ। ਦੇਖੋ, ਗੁਰੂ ਨਾਨਕ ਦੇਵ ਜੀ ਮਹਾਰਾਜ ਕਿੰਨੇ ਸਾਲ ਘਰੋਂ ਬਾਹਰ ਪ੍ਰਚਾਰ ਕਰਦੇ ਰਹੇ ਸੰਸਾਰ ਦਾ ਭਾਵ ਧਾਰਾ। ਇਹ ਤਾਂ ਹੀ ਸੰਭਵ ਹੋਇਆ ਜੇਕਰ ਪਿੱਛੇ ਮਾਤਾ ਸੁਲੱਖਣੀ ਜੀ ਇੱਕ ਕੰਧ ਬਣ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪਿੱਛੇ ਖੜੇ ਰਹੇ। ਪਰਿਵਾਰ ਦੀ ਸੇਵਾ ਸੰਭਾਲ, ਬੱਚਿਆਂ ਦਾ ਪਾਲਣ ਪੋਸ਼ਣ ਮਾਤਾ ਸੁਲੱਖਣੀ ਜੀ ਨੇ ਕੀਤਾ। ਇਹ ਜ਼ਿੰਮੇਵਾਰੀ ਸਾਂਭੀ, ਜ਼ਿੰਮੇਵਾਰੀ ਨਿਭਾਈ, ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਐਡਾ ਵੱਡਾ ਪਰਉਪਕਾਰ ਸਾਰੇ ਸੰਸਾਰ ਦੇ ਉੱਤੇ ਕਰ ਸਕੇ। ਮਾਤਾ ਖੀਵੀ ਜੀ ਕੌਣ ਸੀ ਜੀ? ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਸੁਪਤਨੀ। ਇਹਨਾਂ ਨੇ ਸੁਪਤਨੀ ਦੇ ਰੂਪ ਦੇ ਵਿੱਚ ਜੋ ਪੂਰਨੇ ਪਾਇਆ ਨਾ, ਉਸ ਕਰਤੱਵ ਨੂੰ ਉਚੇਚਾ ਦੇਖਣ ਦੀ ਲੋੜ ਹੈ। ਮਾਤਾ ਖੀਵੀ ਜੀ ਵੱਲੋਂ ਨਿਭਾਇਆ ਮਾਂ ਦਾ ਕਰਤੱਵ ਵੀ ਬੜਾ ਹੀ ਆਦਰਸ਼ਕ ਅਤੇ ਪ੍ਰੇਰਨਾ ਸਰੋਤ। ਇਹਨਾਂ ਦੇ ਦੋ ਸਾਹਿਬਜ਼ਾਦੇ ਸੀਗੇ, ਗੁਰੂ ਅੰਗਦ ਦੇਵ ਜੀ ਤੇ ਮਾਤਾ ਖੀਵੀ ਜੀ। ਭਾਈ ਦਾਤੂ ਜੀ ਤੇ ਭਾਈ ਦਾਸੂ ਜੀ। ਹੁਣ ਗੁਰਗੱਦੀ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਮਿਲ ਗਈ। ਇਹਨਾਂ ਦੇ ਮਨ ਦੇ ਵਿੱਚ ਗੁਰੂ ਅਮਰਦਾਸ ਜੀ ਮਹਾਰਾਜ ਪ੍ਰਤੀ ਘਿਰਨਾ ਸੀ ਕਿ ਗੁਰੂ ਦੇ ਪੁੱਤਰ ਅਸੀਂ ਹਾਂ, ਗੱਦੀ ਸਾਨੂੰ ਮਿਲਣੀ ਚਾਹੀਦੀ ਸੀ, ਅਮਰੂ ਨੂੰ ਮਿਲ ਗਈ ਗੱਦੀ। ਇੱਕ ਦਿਨ ਭਾਈ ਦਾਸੂ ਜੀ ਨੇ ਰਾਹ ਰੋਕ ਕੇ, ਭਾਈ ਦਾਤੂ ਤੇ ਦਾਸੂ ਜੀ ਨੇ ਦੋਨਾਂ ਦਾ ਗੁਰੂ ਅਮਰਦਾਸ ਜੀ ਦਾ ਮੰਦੇ ਸ਼ਬਦ ਬੋਲੇ। ਤੇ ਜਦੋਂ ਮਾਤਾ ਖੀਵੀ ਜੀ ਨੂੰ ਪਤਾ ਲੱਗਾ ਕਿ ਮੇਰੇ ਪੁੱਤਰਾਂ ਨੇ ਗੁਰੂ ਅਮਰਦਾਸ ਜੀ ਨੂੰ ਮਾੜੇ ਸ਼ਬਦ ਬੋਲੇ ਨੇ, ਅਵੱਗਿਆ ਕੀਤੀ ਹੈ, ਦੋਨਾਂ ਨੂੰ ਨਾਲ ਲੈ ਕੇ ਹੱਥ ਜੋੜ ਕੇ ਮਾਫੀ ਮੰਗੀ ਹੈ ਕਿ ਮੇਰੇ ਪੁੱਤਰਾਂ ਤੋਂ ਗਲਤੀ ਹੋ ਗਈ, ਮਾਫ। ਅਜਿਹੇ ਜਿਹੜੇ ਮਾਂ ਵਰਗੇ ਰੋਲ ਮਾਤਾ ਖੀਵੀ ਜੀ ਨੇ ਨਿਭਾਏ ਨੇ ਨਾ, ਉਹ ਸਾਡੇ ਲਈ ਆਦਰਸ਼ਕ ਵੀ ਨੇ ਤੇ ਪ੍ਰੇਰਨਾ ਸਰੋਤ। ਤੇ ਜਿਸ ਵੇਲੇ ਲੰਗਰ ਤਿਆਰ ਹੁੰਦਾ ਸੀ ਨਾ, ਗੁਰੂ ਅੰਗਦ ਦੇਵ ਜੀ ਮਹਾਰਾਜ ਧਰਮ ਦਾ ਪ੍ਰਚਾਰ ਕਰਦੇ ਸੀ, ਬੱਚਿਆਂ ਦੀਆਂ ਕਲਾਸਾਂ ਲਾਉਂਦੇ ਸੀ, ਬੱਚਿਆਂ ਨੂੰ ਗੁਰਮੁਖੀ ਪੜ੍ਹਨੀ ਸਿਖਾਉਂਦੇ ਸੀ, ਲਿਖਣੀ ਸਿਖਾਉਂਦੇ ਸੀ। ਮਾਤਾ ਖੀਵੀ ਜੀ ਆਪ ਆਪਣੇ ਹੱਥੀਂ ਲੰਗਰ ਤਿਆਰ ਕਰਕੇ, ਖੀਰ ਬਣਾ ਕੇ, ਵਿੱਚ ਘਿਓ ਪਾ ਕੇ ਆਪਣੇ ਹੱਥੀਂ ਛਕਾਇਆ ਕਰਦੇ ਸੀ। ਔਰ ਮਾਤਾ ਖੀਵੀ ਜੀ ਦਾ ਨਾਮ ਬਲਵੰਡ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 937 ਤੇ ਰਾਮਕਲੀ ਦੀ ਵਾਰ ਦੇ ਵਿੱਚ ਨੇਕ ਜਨ ਕਹਿ ਕੇ ਸੰਬੋਧਨ ਕੀਤਾ ਹੈ। ਬਲਵੰਡ ਖੀਵੀ ਨੇਕ ਜਨ, ਜਿਸ ਬਹੁਤੀ ਸ਼ੌਕ ਕਤਰਾਲੀ, ਲੰਗਰ ਦੌਲਤ ਵੰਡੀ ਹੈ, ਰਸ ਅੰਮ੍ਰਿਤ ਖੀਰ ਘਿਆਲੀ, ਗੁਰਸਿੱਖਾਂ ਕੇ ਮੁਖ ਉਜਲੇ, ਮਨਮੁਖ ਥੀਏ ਪਰ। ਐਡਾ ਬੜਾ ਮਹਾਨ ਰੁਤਬਾ ਇਹ ਜਿਹੜਾ ਬੀਬੀ ਮਾਤਾ ਖੀਵੀ ਜੀ ਨੂੰ ਪ੍ਰਾਪਤ ਹੈ। ਬੀਬੀ ਅਮਰੋ ਜੀ ਕੌਣ ਸੀ ਜੀ? ਗੁਰੂ ਅੰਗਦ ਦੇਵ ਜੀ ਦੀ ਸੁਪੁੱਤਰੀ ਔਰ ਗੁਰੂ ਰਾਮਦਾਸ ਜੀ ਦੀ ਭਤੀਜ। ਗੁਰੂ ਰਾਮਦਾਸ ਜੀ ਬਜ਼ੁਰਗ ਹੋ ਗਏ ਨੇ, ਪਰ ਗੁਰੂ ਇਹਨਾਂ ਨੂੰ ਅਜੇ ਤੱਕ ਪ੍ਰਾਪਤ ਨਹੀਂ ਹੋਇਆ। ਗੰਗਾ ਦੇ ਦਰਸ਼ਨਾਂ ਨੂੰ ਵੀ ਜਾਂਦੇ ਨੇ, ਹਰਿਦੁਆਰ ਵੀ ਜਾਂਦੇ ਨੇ, ਗੰਗਾ ਇਸ਼ਨਾਨ ਕਰਨ ਵੀ ਜਾਂਦੇ ਨੇ। ਇੱਕ ਦਿਨ ਮਿਹਣਾ ਵੱਜਿਆ ਵੀ ਤੂੰ ਤੇ ਨਗੁਰਾ ਮੇਰੇ ਮੱਥੇ ਕਿਉਂ ਲੱਗ ਰਿਹਾ। ਮਨ ਦੇ ਵਿੱਚ ਗੁਰੂ ਨੂੰ ਪ੍ਰਾਪਤ ਕਰਨ ਦੀ ਇੱਛਾ ਜ਼ਾਹਰ ਹੋਈ, ਪਰ ਸੱਚਾ ਗੁਰੂ ਲੱਭ ਨਹੀਂ ਰਿਹਾ। ਇੱਕ ਦਿਨ ਆਪਣੇ ਚੁਬਾਰੇ ਦੇ ਉੱਤੇ, ਛੱਤ ਦੇ ਉੱਤੇ, ਅੰਮ੍ਰਿਤ ਵੇਲੇ ਮੰਜੇ ਦੇ ਉੱਤੇ ਬੈਠੇ ਨੇ ਜਾਂ ਪਏ ਨੇ। ਥੱਲੇ ਇਹਨਾਂ ਦੀ ਭਤੀਜ ਨੂੰ ਬੀਬੀ ਅਮਰੋ ਜੀ ਲੱਸੀ ਰਿੜਕ ਰਹੇ ਨੇ, ਨਾਲੋਂ ਨਾਲ ਗੁਰਬਾਣੀ ਗਾ ਰਹੇ ਨੇ। ਕੰਨਾਂ 'ਚ ਉਹ ਅੰਮ੍ਰਿਤਮਈ ਬਾਣੀ ਪਈ ਅੰਮ੍ਰਿਤ ਵੇਲੇ। ਮਨ ਆਨੰਦਿਤ ਹੋ ਗਿਆ। ਛੱਤ ਤੋਂ ਪੌੜੀਆਂ ਉਤਰਦੇ ਆ ਰਹੇ ਨੇ। ਬੀਬੀ ਅਮਰੋ ਜੀ ਨੇ ਸਤਿਕਾਰ ਦਿੱਤਾ, ਪੁੱਛਿਆ ਧੀਏ ਬੇਟਾ ਆ ਕਿਹਦੀ ਰਚਨਾ ਗਾ ਰਹੇ ਸੀ? ਆਖਿਆ ਕਿ ਰਚਨਾ ਤਾਂ ਗੁਰੂ ਨਾਨਕ ਪਾਤਸ਼ਾਹ ਦੀ ਹੈ। ਇਸ ਵੇਲੇ ਗੁਰਗੱਦੀ ਦੇ ਉੱਤੇ ਮੇਰੇ ਪਿਤਾ ਗੁਰੂ ਅੰਗਦ ਦੇਵ ਜੀ ਮਹਾਰਾਜ ਬੈਠੇ, ਮੈਨੂੰ ਉਹਨਾਂ ਦੇ ਕੋਲੇ ਲੈ ਜਾ। ਬੀਬੀ ਅਮਰੋ ਜੀ ਦੇ ਨਾਲ ਗੁਰੂ ਅੰਗਦ ਦੇਵ ਜੀ ਕੋਲ ਗਏ। ਭੁੱਲ ਗਏ ਕਿ ਮੇਰਾ ਕੁੜਮ ਹੈ, ਇਹਨਾਂ ਦੀ ਧੀ ਮੇਰੇ ਘਰੇ ਵਿਆਹੀ ਹੋਈ ਹੈ। ਗੁਰੂ ਧਾਰ ਲਿਆ, ਵੱਡੀ ਉਮਰੇ ਸੇਵਾ ਕੀਤੀ। ਕਈ ਮੀਲ ਬਿਆਸ ਦਰਿਆ ਤੋਂ ਖਡੂਰ ਸਾਹਿਬ ਦੀ ਧਰਤੀ 'ਤੇ ਪਾਣੀ ਦੀ ਗਾਗਰ ਭਰ ਕੇ ਲਿਜਾਣੀ, ਗੁਰੂ ਨੂੰ ਇਸ਼ਨਾਨ ਕਰਵਾਉਣਾ। ਇੱਕ ਦਿਨ ਹਨੇਰੇ ਦੇ ਵਿੱਚ ਡਿੱਗੇ ਨੇ, ਪਿੱਛੇ ਪੈਰੀ ਜਾਣਾ, ਮੇਰਾ ਗੁਰੂ ਵੱਲ ਪਿੱਠ ਨਾ ਹੋ ਜਾਏ। ਹਨੇਰੇ 'ਚ ਡਿੱਗੇ ਨੇ,
एक खड्डी जुलाहे ने जिहड़ी रस्ते बनाई हुई सी कपड़ा बुनने के लिए, उहदे किले च पैर वज्जा, आवाज़ आई, जुलाहा जुलाही गल्लां करदे ने, कौन है? देखा ये तो जी अमरू निथामा जिन्होंने रात को भी चैन नहीं, आ कुड़मा का पानी ढोंदा। तो जो गुरु अंगद देव जी महाराज ने गुरगद्दी बख्शी ना, अज असी गुरु अमरदास जी महाराज को निमाणिया के मान, निताणिया के तान, नियोटिया की ओट, नियासिया के आसरे, पता नहीं किन्नियां ही संज्ञावां दे नाल सत्कार दिंदे आ, याद करते हैं। और ये गुण गुरु अमरदास जी महाराज ने हैगी हुई। प्रेरणा कितों मिली सी, किहदी बदौलत होया सी? बीबी मेरी धीओ, तुहाडे च समर्था है। जे कोई धर्म नालों टुटदा ना, जे कोई माड़े पासे जाता है, जे कोई परमात्मा नालों टुटदा है जां परमात्मा नूं मिलना चाहुंदा है, तुसीं अपनी शख्सियत सदका उहनूं सही पासे वल लिजा सकदे हो, परमात्मा नाल जोड़ सकते हो। ये तुहाडे च समर्था है, तुसीं बीबी अमर दीआं वारस हो। बीबी भानी जी कौन सी जी? गुरु है जी, गुरु अमरदास जी की सुपुत्री, गुरु रामदास जी की सुपत्नी, गुरु अर्जन देव जी के माता, गुरु हरगोबिंद महाराज की दादी। बड़ा सत्कार कुछ बीबियां मिलिया इतिहास के, गुरु की पुत्री भी है, पत्नी भी है, सुपत्नी भी है, धी भी है, तो गुरु की माँ भी है, गुरु की दादी। ये केवल नाम की भानी नहीं सी, बल्कि परमात्मा का भाना मिठा करके मनण वाली महान औरत सी। मैं जिक्र किया ना बीबी भानी जी ने असीस जी दी सी कि वो असीस मां को अपने धियां पुत्रां नूं देनी चाहिए है। पूता माता की असीस ने मंगना रिश्ते तुमको हर सदा करो। हुण बीबी भानी जी की दित्ती गुरती दित्तियां असीसां दा सदका ही गुरु अर्जन देव जी महाराज भाना मनण योग होए ने। तत्ती तवी ते बैठ के भी, सिर ते तत्ता रेता पवा के भी, उबलती देख उबल के भी गुलामा नहीं दे रहे परमात्मा को। इत्थे भी कह रहे हैं तेरा किया मीठा लागे हराम पदार्थ नाम। ये प्रेरणा बीबी भानी जी तो मिली सी, सिक्ख्या बीबी भानी जी ने दी सी। ऐसी महान औरत बीबी भानी जी इस संसार के इतिहास के हुए। माता गंगा जी गुरु हरगोबिंद साहब की सुपत्नी, गुरु अर्जन देव जी महाराज की सुपत्नी, जिन्होंने ऐसे सूरवीर बहादुर योद्धे में जन्म दिता। गुरु हरगोबिंद महाराज को, छेवें पातशाह को, जिन्हें जुल्म के खिलाफ जंग लड़ी। गुरु अर्जन देव जी महाराज की शहादत तो बाद अकाल तख्त साहब की सिरजना की और जुल्म के खिलाफ जंग लड़े और जंगों के जित प्राप्त की। ऐसे सूरवीर को जन्म दिता गुरु हरगोबिंद साहब महाराज ने, माता गंगा। इन्हों तो इलावा माता नानकी जी जिहड़े गुरु हरगोबिंद साहब महाराज के सुपत्नी और गुरु तेग बहादुर जी महाराज के सत्कारयोग दास। कैसी सिक्ख्या, कैसी महान औरत जिहदी कुखों तेग के धनी ते तपस्वी गुरु तेग बहादुर जी महाराज ने अवतार धारे। बचपन का नाम त्यागमल है। सर्दियों के दिन ने एक विआह जा रहे हैं, जो नाम त्यागमल वही त्याग की मूर्त। एक हम उम्र बच्चा उस सर्दी ठर ठर कंब रहा है, बड़ा महंगा पाया हुआ जोड़ा शरीर के उत्ते कपड़ा है, वो त्यागमल जी ने यानी गुरु तेग बहादुर जी ने उतार के उस बच्चे को दे। करतारपुर की जंग च कृपान के ऐसे जोहर विखाए। पिता गुरु हरगोबिंद साहब महाराज ने नाम त्यागमल तो बदल के तेग बहादुर ते ऐसी गुरती दी जो धर्म की रक्षा के लिए शहादत दी। सृष्टि की चादर, धर्म की चादर गुरु तेग बहादुर जी महाराज बने। माता गुजरी जी सिख इतिहास की महान शहीद औरत, महान दादी, महान माँ, जिन्हें ऐसे सूरवीर योद्धे गुरु गोबिंद सिंह जी महाराज ने जन्म दिता, जिन्हें इस संसार का नक्शा ही बदल दिया। जो कुछ गुरु गोबिंद सिंह जी महाराज इस संसार च कर गए हैं, वो लासानी उहदे वर्गा इतिहास में किते नहीं जिक्र आउंदा नहीं। और ऐसी सिक्ख्या 7 साल से 9 साल के साहिबजादियां नूं, जिन्होंने असीं सत्कार च बाबा कहते हैं, जिन्होंने ऐसे पूरने पाए ने 7 साल से 9 साल की उम्र की,
ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਆ ਠੰਡੇ ਬੁਰਜ ਦੇ ਵਿੱਚ ਕੈਦ ਰਹੇ ਨੇ, ਪਰ ਮਾਂ ਗੁਜਰੀ ਦਾਦੀ ਮਾਂ ਦੀ ਦਿੱਤੀ ਸਿੱਖਿਆ ਸਦਕਾ ਧਰਮ ਨਹੀਂ ਛੱਡਿਆ। ਹੱਸ-ਹੱਸ ਸ਼ਹੀਦ ਹੋ ਗਏ। ਐਸੀ ਮਹਾਨ ਔਰਤ ਮਾਤਾ ਗੁਜਰੀ। ਮਾਤਾ ਗੁਜਰੀ ਜੀ ਵਰਗੀ ਔਰਤ ਇਸ ਸੰਸਾਰ 'ਚ ਨਾ ਕੋਈ ਹੋਈ ਹੈ ਤੇ ਨਾ ਹੋ ਸਕਦੀ। ਜਰਾ ਅਹਿਸਾਸ ਕਰੋ ਉਸ ਸਮੇਂ ਨੂੰ ਜਦੋਂ ਗੁਰੂ ਤੇਗ ਬਹਾਦਰ ਜੀ ਕੋਲੇ ਕਸ਼ਮੀਰ ਦੇ ਪੰਡਤ ਫਰਿਆਦ ਲੈ ਕੇ ਆਏ ਤੇ ਕਸ਼ਮੀਰ ਦੇ ਪੰਡਤਾਂ ਦੀ ਫਰਿਆਦ ਸੁਣ ਕੇ ਉਹਨਾਂ ਦਾ ਧਰਮ ਬਚਾਉਣ ਦੇ ਲਈ ਗੁਰੂ ਤੇਗ ਬਹਾਦਰ ਜੀ ਮਹਾਰਾਜ ਅਨੰਦਪੁਰ ਸਾਹਿਬ ਤੋਂ ਚੱਲ ਪਏ ਨੇ ਦਿੱਲੀ ਦੇ ਚਾਂਦਨੀ ਚੌਕ। ਪਹਿਲੀ ਵਾਰੀ ਕਤਲ ਹੋਣ ਵਾਲਾ ਆਪ ਚੱਲ ਕੇ ਜਾ ਰਿਹਾ ਹੈ ਕਾਬਲ। ਮਾਤਾ ਨਾਨਕੀ ਜੀ ਨੂੰ ਆਗਿਆ ਲਈ ਆਪਣੇ ਸਤਿਕਾਰਯੋਗ ਮਾਤਾ ਤੋਂ ਉਹਨਾਂ ਨੇ ਸਿੱਖਿਆ ਦਿੱਤੀ, ਪੁੱਤਰਾ ਮੇਰੇ ਮਨ ਦੀ ਰੀਝ ਹੈ ਤੂੰ ਮੁੜ ਕੇ ਆਵੇਂ ਤੇ ਮੈਂ ਤੇਰਾ ਮੁੱਖ ਚੁੱਕਾਂ, ਤੇਰਾ ਮੁੱਖ ਦੇ। ਐਸਾ ਸਮਾਂ ਹੋਏ। ਮਾਤਾ ਗੁਜਰੀ ਜੀ ਕੈਸੇ ਜਿਗਰਾ ਹੋਏਗਾ ਪਤਾ ਮੇਰੇ ਪਤੀ ਨੇ ਮੁੜ ਕੇ ਨਹੀਂ ਆਉਣਾ, ਕਿੰਝ ਵਡਿਆਈ ਦਿੱਤੀ ਹੋਵੇ। ਆਖਰੀ ਸਮੇਂ ਕੀ ਗੱਲਾਂ ਬਾਤਾਂ ਮਾਤਾ ਗੁਜਰੀ ਜੀ ਤੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਕੀਤੀਆਂ ਹੋਣਗੀਆਂ। ਤੇ ਜਦੋਂ ਸ਼ਹੀਦ ਹੋ ਗਏ, ਸ਼ਹੀਦ ਹੋਣ ਤੋਂ ਬਾਅਦ ਭਾਈ ਜੈਤਾ ਜੀ ਕੱਟਿਆ ਹੋਇਆ ਸੀਸ ਲੈ ਕੇ ਅਨੰਦਪੁਰ ਸਾਹਿਬ ਪਹੁੰਚੇ ਨੇ। ਧੜ ਦਾ ਸੰਸਕਾਰ ਭਾਈ ਲੱਖੀ ਸ਼ਾਹ ਜੀ ਬੰਜਾਰਾ ਨੇ, ਜਿੱਥੇ ਗੁਰਦੁਆਰਾ ਰਕਾਬਗੰਜ ਸਾਹਿਬ ਹੈ ਦਿੱਲੀ ਦੇ ਪਾਰਲੀਮੈਂਟ ਹਾਊਸ ਦੇ ਸਾਹਮਣੇ, ਉੱਥੇ ਕਰ ਦਿੱਤਾ। ਤੇ ਭਾਈ ਜੈਤਾ ਜੀ ਰਗਰੇਟਾ ਗੁਰੂ ਦਾ ਬੇਟਾ ਸੀਸ ਲੈ ਕੇ ਕੱਟਿਆ ਹੋਇਆ ਅਨੰਦਪੁਰ ਸਾਹਿਬ ਪਹੁੰਚਿਆ ਹੈ। ਮਾਤਾ ਨਾਨਕੀ ਦੀ ਦਿੱਤੀ ਸੀਸ ਵੀ ਪੂਰੀ ਹੋਈ ਹੈ। ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ ਕੱਟਿਆ ਸੀਸ ਵੀ ਦੇਖਿਆ। ਪਹਿਲਾ ਸਰੀਰ ਹੈ ਜਿਹਦਾ ਅੰਤਮ ਸੰਸਕਾਰ ਦੋ ਥਾਵਾਂ ਤੇ ਕੀਤਾ। ਤੇ ਮਾਤਾ ਗੁਜਰੀ ਜੀ ਨੇ ਜਦੋਂ ਕੱਟਿਆ ਸੀਸ ਵੇਖਿਆ ਹੋਣਾ ਕੈਸੇ ਹਾਲਾਤ, ਕਿਸ ਤਰ੍ਹਾਂ ਸਾਹਿਬਜ਼ਾਦਿਆਂ ਨੂੰ ਮਾਤਾ ਗੁਜਰੀ ਜੀ ਨੇ ਠੰਡੇ ਬੁਰਜ ਦੇ ਵਿੱਚੋਂ ਜਲਾਦਾਂ ਦੇ ਸਪੁਰਦ ਕੀਤਾ ਹੋਣਾ। ਸ਼ਹੀਦ ਕੋਈ ਐਸੀ ਸਾਨੀ ਮਾਤਾ ਗੁਜਰੀ ਜੀ ਵਰਗੀ ਇਸ ਸੰਸਾਰ 'ਚ ਕੋਈ ਨਹੀਂ ਸੀ। ਮਾਤਾ ਸਾਹਿਬ ਕੋਲ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ 1699 ਈਸਵੀ ਦੀ ਵਿਸਾਖੀ ਵਾਲੇ ਦਿਨ ਕੇਸਗੜ੍ਹ ਸਾਹਿਬ ਦੇ ਮੈਦਾਨ ਦੇ ਵਿੱਚ 80,000 ਦੇ ਇਕੱਠ ਦੇ ਵਿੱਚ ਖਾਲਸੇ ਦੀ ਸਿਰਜਣਾ ਕੀਤੀ, ਤਾਂ ਪਤਾਸਿਆਂ ਦੀ ਮਮਤਾ ਮਿਠਾਸ ਪਾ ਕੇ ਖਾਲਸੇ ਦੀ ਮਾਤਾ ਕਹਾਣ ਦਾ ਮਾਣ ਹਾਸਲ। ਮਾਤਾ ਸੁੰਦਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਕਾਲ ਚਲਾਣਾ ਕਰ ਗਏ ਨੇ, ਸ਼ਹੀਦ ਹੋ ਗਏ ਨੇ। ਉਸ ਤੋਂ ਬਾਅਦ ਕਿਉਂਕਿ ਖੰਜਰ ਉਹਨਾਂ ਨੇ ਮਾਰਿਆ ਸੀ, ਜਿਹੜਾ ਵਜ਼ੀਰ ਖਾਨ ਨੇ ਭੇਜਿਆ ਸੀ, ਉਹ ਖੰਜਰ ਦੇ ਜ਼ਖਮਾਂ ਦੇ ਕਾਰਨ ਹੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪ੍ਰਾਣ ਤਿਆਗੇ ਸੀ। ਇਸ ਕਰਕੇ ਉਹਨਾਂ ਨੂੰ ਸ਼ਹੀਦ ਵੀ ਮੰਨਿਆ ਜਾਂਦਾ ਹੈ। ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਸਿੱਖ ਕੌਮ ਦੀ ਜਿਸ ਤਰੀਕੇ ਦੇ ਨਾਲ ਮਾਤਾ ਸੁੰਦਰੀ ਜੀ ਨੇ ਅਗਵਾਈ ਕੀਤੀ ਔਰ ਖਾਲਸੇ ਨੂੰ ਹੁਕਮਨਾਮੇ ਜਾਰੀ ਕਰਨ ਵਾਲੀ ਪਹਿਲੀ ਮਹਾਨ ਔਰਤ ਹੋਣ ਦਾ ਮਾਣ ਹਾਸਲ ਕੀਤਾ ਹੈ। ਜਦੋਂ ਤਖਤ ਖਾਲਸਾ ਤੇ ਬਦਈ ਖਾਲਸਾ ਦਾ ਇੱਕ ਝਗੜਾ ਪੈਦਾ ਹੋ ਗਿਆ ਸੀ, ਆਪਣੀ ਸਿਆਣਪ ਦੇ ਨਾਲ, ਸੂਝ-ਬੂਝ ਦੇ ਨਾਲ, ਜਿਸ ਤਰੀਕੇ ਦੇ ਨਾਲ ਮਾਤਾ ਸੁੰਦਰੀ ਜੀ ਨੇ ਭਾਈ ਮਨੀ ਸਿੰਘ ਜੀ ਦੇ ਰਾਹੀਂ ਉਸ ਝਗੜੇ ਨੂੰ ਨਿਪਟਾਇਆ, ਉਹ ਆਪਣੀ ਮਿਸਾਲ ਆਪ ਹੈ। ਬੀਬੀ ਮੁਮਤਾਜ਼ ਜੀ ਸਾਡੇ ਲਾਗੇ ਹੀ ਹੈ ਜੀ, ਨਿਹੰਗ ਖਾਂ, ਕੋਟਲਾ ਨਿਹੰਗ ਪਿੰਡ। ਜਦੋਂ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ, ਸਰਸਾ ਨਦੀ ਤੋਂ ਪਾਰ ਕਰਦਿਆਂ ਮਲਕਪੁਰ ਰੰਗੜਾ ਮਲਕਪੁਰ ਪਿੰਡ ਹੈ ਜਿੱਥੇ, ਇੱਥੋਂ ਦੇ ਜਿਹੜੇ ਰੰਗੜ ਸੀ ਉਹਨਾਂ ਦੇ ਨਾਲ ਭਾਈ ਬਚਿੱਤਰ ਸਿੰਘ ਜੀ ਹੋਰਾਂ ਦਾ ਮੁਕਾਬਲਾ ਹੋ ਗਿਆ। ਭਾਈ ਬਚਿੱਤਰ ਸਿੰਘ ਜੀ ਸਖਤ ਜ਼ਖਮੀ ਹੋ ਗਏ। ਪਿੱਛੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਗੁਰੂ ਬਾਬਾ ਅਜੀਤ ਸਿੰਘ ਜੀ ਉਹਨਾਂ ਦਾ ਕਾਫਲਾ ਚੱਲਿਆ ਆ ਰਿਹਾ ਹੈ। ਜ਼ਖਮੀ ਹਾਲਤ ਦੇ ਵਿੱਚ ਨਿਹੰਗ ਖਾਂ ਦੀ ਹਵੇਲੀ ਦੇ ਵਿੱਚ ਕੁਝ ਸਮਾਂ ਠਹਿਰੇ ਨੇ। ਇੱਥੇ ਰੋਪੜ ਦੇ ਕੋਤਵਾਲ ਨੂੰ, ਥਾਣੇਦਾਰ ਨੂੰ ਖਬਰ ਪਹੁੰਚ ਗਈ ਕਿ ਸਿੱਖਾਂ ਦਾ ਗੁਰੂ, ਹਕੂਮਤ ਦਾ ਬਾਗੀ ਗੋਬਿੰਦ ਸਿੰਘ ਨਿਹੰਗ ਖਾਂ ਦੀ ਹਵੇਲੀ 'ਚ। ਉਹ ਇੱਥੇ ਪਹੁੰਚ ਗਿਆ। ਉਸ ਤੋਂ ਬਾਅਦ ਉਹ ਤਲਾਸ਼ੀ ਲੈਣ ਲਈ ਪਹੁੰਚਿਆ। ਉਦੋਂ ਤੱਕ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅੱਗੇ ਜਾ ਚੁੱਕੇ। ਨਿਹੰਗ ਖਾਂ ਜੀ ਦਾ ਬੇਟਾ ਆਲਮ ਖਾਂ, ਬੀਬੀ ਮੁਮਤਾਜ਼ ਜੀ ਦਾ ਭਰਾ, ਗੁਰੂ ਸਾਹਿਬ ਦੀਆਂ ਫੌਜਾਂ ਦੀ ਅਗਵਾਈ ਕਰਦਾ ਹੋਇਆ, ਅਗਵਾਨੀ ਕਰਦਾ ਹੋਇਆ ਚਮਕੌਰ ਸਾਹਿਬ ਵਾਲੇ ਪਾਸੇ ਨੂੰ ਲੈ ਗਿਆ। ਕੱਲੇ ਕੱਲੇ ਕਮਰੇ ਦੀ ਤਲਾਸ਼ੀ ਦਿੱਤੀ, ਕੁਝ ਵੀ ਨਹੀਂ ਮਿਲਿਆ। ਇੱਕ ਕਮਰਾ ਅੰਦਰੋਂ ਕੁੰਡੀ ਲੱਗੀ ਹੋਈ ਹੈ, ਕਮਰਾ ਬੰਦ ਹੈ, ਉਹਦਾ ਦਰਵਾਜ਼ਾ। ਕੋਤਵਾਲ ਨੇ ਨਿਹੰਗ ਖਾਂ ਜੀ ਨੂੰ ਕਿਹਾ, ਆ ਕਮਰਾ ਖੋਲ੍ਹੋ। ਅੱਗੋਂ ਨਿਹੰਗ ਖਾਂ ਜੀ ਨੇ ਕਿਹਾ ਕਿ ਇਸ ਕਮਰੇ 'ਚ ਮੇਰੀ ਧੀ ਅਤੇ ਮੇਰਾ ਜਵਾਈ ਆਰਾਮ ਕਰਦੇ ਸੀ। ਅੰਦਰ ਕੌਣ ਸੀ ਜੀ? ਭਾਈ ਬਚਿੱਤਰ ਸਿੰਘ ਜੀ ਜ਼ਖਮੀ ਹਾਲਤ ਦੇ ਵਿੱਚ, ਤੇ ਇਹਨਾਂ ਦੀ ਬੇਟੀ ਬੀਬੀ ਮੁਮਤਾਜ਼ ਜੀ ਉਹਨਾਂ ਦੇ ਮਰਹਮ ਪੱਟੀ ਕਰ ਰਹੀ ਸੀ। ਇਹ ਗੱਲ ਬੀਬੀ ਮੁਮਤਾਜ਼ ਜੀ ਨੇ ਆਪਣੇ ਅੱਬਾ ਦੀ ਸੁਣ ਲਈ ਵੀ ਅੰਦਰ ਕਮਰੇ 'ਚ ਮੇਰੀ ਧੀ ਅਤੇ ਮੇਰਾ ਜਵਾਈ ਆਰਾਮ ਕਰ ਰਹੇ ਨੇ, ਜੇ ਹੁਕਮ ਕਰੋ ਤਾਂ ਕਮਰਾ ਖੋਲ੍ਹ ਦੇਣਾ। ਕੋਤਵਾਲ ਕਹਿੰਦਾ ਵੀ ਨਹੀਂ, ਕੋਈ ਲੋੜ ਨਹੀਂ ਹੈ, ਮੈਨੂੰ ਵਿਸ਼ਵਾਸ ਹੋ ਗਿਆ, ਮੈਨੂੰ ਕਿਸੇ ਨੇ ਗਲਤ ਖਬਰ ਦਿੱਤੀ ਸੀ। ਕੋਤਵਾਲ ਚਲਾ ਗਿਆ।
भाई बचित्र सिंह जी जख्मां की ताब ना सहारते हुए सख्त जख्मी से शहीद हो गए। निहंग खान जी ने जिस वेले बीबी मुमताज जी का विआह करना निकाह करना चाहा, बीबी जी ने इनकार कर दिता। वाह तुसीं मेरा निकाह तो कर चुके हो धीए, मैं तेरा निकाह कदों कीता? तुसीं जिस वेले कोतवाल तलाशी लैण लई आए सी तुसीं आख्या नहीं सी कि अंदर कमरे च मेरी धी अते मेरा जवाई आराम कर? धीए वो तो मैं बचाउण दे लई गुरु दे सिख नूं कह दित्ता सी। नहीं, तुसीं मेरा नाम उस सिख दे नाल जोड़ दित्ता है, उन्होंने अपना जवाई तसब्बर कर लिया कि मैं हुण विआह नहीं करा सकता। भाई बचित्र सिंह जी शहीद हो चुके हैं, जवान उम्र है नहीं। जीवन भर बीबी मुमताज जी ने तपस्या करते हुए परमात्मा की अल्लाह ताला की भजन बंदगी करते हुए व्यतीत कर। यह है प्यार जो बीबी मुमताज जी ने सानू दसा। कुछ दो घटनावां प्यार दियां मैं इस स्लाइड शो के आखिर भी तुहाडे नाल साझियां करांगा कि असल च प्यार हुंदा आपां भटकना नहीं। बहुत मौके भटकण वाले सानू मिल जाते हैं। याद रखना है बाबू की पत्नी परिवार की इज्जत नूं तुहाडे ते विश्वास करके तुहाडे पिता ने, तुहाडी मां ने, तुहाडे भरावां ने, बाकियां ने तुहानूं पढ़न दे लई भेजिया, समाज दे विच भेजिया। असीं अपने कर्तव्य नूं निभाउंदे होए उन्हां दे विश्वास नूं कਦੇ टुटण नहीं। इस गल दा असीं हमेशा याद रखना। भाई गनी खान ते भाई नवी खान जिहड़े उचता पीर बना के गुरु गोबिंद सिंह जी महाराज नूं माछी वाले को लैके गए सी, वो निहंग खान जी दे बीबी मुमताज जी के भूआ के पुत सन, यानी निहंग खान जी की भैन के पुत सन। एडा वड्डा जिहड़ा कुर्बानी इस परिवार की गुरु गोबिंद सिंह जी महाराज के कुछ लोगों के मनां दे एक गलत भावना है कि शायद गुरु गोबिंद सिंह जी महाराज की लड़ाई मुसलमानों के खिलाफ से गल करती। गुरु साहब की लड़ाई केवल तो केवल जुल्म के खिलाफ सी। वो जुल्म चाहे बाई धार के पहाड़ी राजे जिन्हों का धर्म हिंदू सी वो कर रहे सन, चाहे उस वेले के मुगल शासक जिन्हों का धर्म मुसलमान सी वो कर रहे सन। गुरु साहब की लड़ाई किसी धर्म के खिलाफ नहीं सी। गुरु साहब की लड़ाई केवल तो केवल जुल्म के खिलाफ सी। बीबी रामो जी जो रिश्ते गुरु हरगोबिंद साहब महाराज की साली सी, बीबी वीरो जी जो गुरु हरगोबिंद साहब महाराज की सपुत्री सी, बीबी रूप कौर जी जो गुरु हरराय महाराज की सपुत्री सी, जिसनों पहली सिख लिखारी होने का मान भी हासिल है, जिसने गुरु के मुख तो उचारे शब्दों को हूबहू लिखिया। इन्हों का भी सिख इतिहास के बड़ा महान रुतबा है, बड़ा महान योग है। आओ कुछ बहादुर अते शहीद ਸਿੰਘਣੀਆਂ जो सिख इतिहास तो सानूं दिस आउंदियां ने वो उन्होंने बारे आप जानकारी हासिल करें। सिख इतिहास की पहली शहीद औरत बीबी शरण कौर, बीबी शरण कौर भी कितने कितने नाम मिलता है। चमकौर साहब के इलाके पिंड है जी, चमकौर साहब की पैंदा मुस्लिम कमेटी चल रहा है, इस रायपुर की बीबी है। सिंह शहीद हो गए ने, 10 लाख की फौज ने घेरा पाया। ਸਿੰਘਾਂ का हुक्म मन के गुरु गोबिंद सिंह जी महाराज ने कच्ची गली में छड़ दिता है। जो जंग खत्म हुई है, रात का समय है, बीबी शरण कौर ने दीवे की लौ के नाल ਸਿੰਘਾਂ ਦੇ शरीर पहचान के इकट्ठी ने कितनी बहादुर है वेखो, लखां की फौज ने घेरा पाया होया वजीर खान जी ने। बीबी शरण कौर कली गई है अपने पिंड रायपुर को, जिथे गुरुद्वारा कतलगढ़ साहब है ना, चमकौर साहब गढ़ी साहब के थल्ले, उस मैदान के इकल्ले इकल्ले सिंह का शरीर पहचान के उन्होंने चिता तैयार की है, अग ला के उन्होंने अंतिम संस्कार किया। सिपाहियों ने जब अग वाल की वेखी है, किसी बीबी को घूमद्या वेख्या है, गिरफ्तार कर लिया है, वजीर खान को पेश किया गया है। वजीर खान के हुक्म के नाल बीबी शरण कौर नूं जिउंदे नूं जिथे ਸਿੰਘਾਂ की चिता सड़ रही है उन्हें सुट के शहीद कर। एडा महान कुर्बानी जी है वो बीबी शरण कौर ने बहादुर ने दी है। माई भाग को गुरु गोबिंद सिंह जी महाराज को भाई महा सिंह की अगवाई कुछ सिंह रजाई दे के गए थे, विदागा दे के चले गए थे। जो घरे पहुंचे ना, बीबी भाग कौर की अगवाई के घर दियाँ सुआणियां ने लाहनतां पाईयां कि रंगले पीढ़े डा के सिरां ते दुपट्टे लैके घरे बैठो, जंग के मैदान च सी। उन्हां दी पाई वंगार सदका भाई महा सिंह अते उहदी अगवाई दे विच गए, जिन्हां ने विदावा दिता सी ना गुरु साहब नूं, उन्हां दा
ਅਣਖ ਮੁੜ ਕੇ ਜਾਗ ਪਈ ਸੀ। ਭਾਈ ਮਹਾਂ ਸਿੰਘ ਤੇ ਮਾਈ ਭਾਗਪੁਰ ਦੀ ਅਗਵਾਈ ਦੇ ਵਿੱਚ ਖਿਦਰਾਣੇ ਦੀ ਢਾਬ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀਆਂ ਫੌਜਾਂ ਦੇ ਨਾਲ ਜਾ ਰਲੇ ਨੇ ਔਰ ਮੁਗਲ ਫੌਜਾਂ ਦਾ ਮੁਕਾਬਲਾ ਕਰਦੇ ਹੋਏ ਉੱਥੇ ਸ਼ਹੀਦ ਹੋ ਗਏ ਨੇ। ਸ਼ਹਾਦਤ ਤੋਂ ਬਾਅਦ ਉੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਭਾਈ ਮਹਾਂ ਸਿੰਘ ਜੀ ਦੀਆਂ ਅੱਖਾਂ ਦੇ ਸਾਹਮਣੇ ਉਹਦਾ ਲਿਖਿਆ ਵਿਦਾਵਾ ਪਾੜਿਆ। ਇਹਨਾਂ ਨੂੰ ਵਿਦਾਵੇ ਹੀ ਨਹੀਂ ਰਹੇ, ਇਹਨਾਂ ਨੂੰ ਮੁਕਤਿਆਂ ਦਾ ਖਿਤਾਬ ਦਿੱਤਾ। ਤੇ ਅੱਜ ਜਦੋਂ ਅਸੀਂ ਅਰਦਾਸ ਕਰਦੇ ਹਾਂ, ਅਰਦਾਸ ਦੇ ਵਿੱਚ ਇਹਨਾਂ 40 ਮੁਕਤਿਆਂ ਨੂੰ ਯਾਦ ਕਰਦੇ ਹਾਂ। ਉਹ ਖਿਦਰਾਣੇ ਦੀ ਢਾਬ ਇਹਨਾਂ ਦੀ ਸਦਕਾ ਖਿਦਰਾਣੇ ਦੀ ਢਾਬ ਨਹੀਂ ਰਹੀ, ਅੱਜ ਸ਼੍ਰੀ ਮੁਕਤਸਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਬਣ ਗਈ। ਕਿਹਦੀ ਬਦੌਲਤ? ਬੀਬੀ ਭਾਗਪੁਰ ਦੀ, ਮਾਈ ਭਾਗਪੁਰ ਦੀ ਬਦੌਲਤ, ਜਿਹਨੂੰ ਅਸੀਂ ਮਾਈ ਭਾਗੋ ਦੇ ਨਾਮ ਨਾਲ ਜਾਣਦੇ। ਮੇਰੀ ਧੀਓ, ਤੁਸੀਂ ਵਾਰਸ ਹੋ ਮਾਈ ਭਾਗੋ। ਅੱਜ ਤੁਸੀਂ ਵੀ ਜੇ ਕੋਈ ਆਪਣੇ ਗੁਰੂ ਨਾਲ ਟੁੱਟਦਾ ਹੈ, ਆਪਣੇ ਕਰਤੱਵਾਂ ਤੋਂ ਪਿੱਛੇ ਜਾਂਦਾ ਹੈ, ਜੇਕਰ ਉਹ ਧਰਮ ਤੋਂ ਦੂਰ ਜਾਂਦਾ ਹੈ, ਤਾਂ ਤੁਸੀਂ ਵੀ ਉਹਨੂੰ ਵਾਸਤਾ ਦੇ ਕੇ ਮੁੜ ਕੇ ਉਹਦੇ ਧਰਮ ਦੇ ਵਿੱਚ ਲਿਆ ਸਕਦੀਆਂ ਹੈ। ਨੈਤਿਕ ਕਦਰਾਂ ਕੀਮਤਾਂ ਨੂੰ ਅਪਣਾਉਣ ਦੇ ਵਿੱਚ ਤੁਸੀਂ ਗੁਰਮਤਿ ਦਾ ਕੇਂਦਰ ਪਾ ਸਕਦੇ। ਮੀਰ ਮੰਨੂ ਦੀ ਜੇਲ੍ਹ ਦੇ ਵਿੱਚ ਸਵਾ ਮਨ ਦੇ ਵੇਲੇ ਕਿਸੇ ਖੰਨਾ ਰੋਟੀ ਕੇ ਗੁਜ਼ਾਰਾ ਕੀਤਾ। ਮੀਰ ਮੰਨੂ ਨੇ ਬੜੀ ਜ਼ੁਲਮ ਦੇਣ। ਸ਼ਾਮ ਨੂੰ ਜਦੋਂ ਬੀਬੀਆਂ ਅਰਦਾਸ ਕਰਦੀਆਂ ਸੀ, ਇਹੋ ਕਹਿੰਦੀਆਂ ਸੀ, ਸੱਚੇ ਪਾਤਸ਼ਾਹ 4 ਪਹਿਰ ਦਿਨ ਸੁੱਖ ਸ਼ਾਂਤੀ ਨਾਲ ਬਤੀਤ। ਸਾਰਾ ਦਿਨ ਵੇਲੇ ਕਿਸੇ ਆ ਖੰਨਾ ਰੋਟੀ ਕੇ ਗੁਜ਼ਾਰਾ ਕੀਤਾ, ਤਸ਼ੱਦਦ ਸਹਾਰਿਆ। ਅਰਦਾਸ ਇਹੀ ਕਰਦਿਆਂ ਸੀ, ਸੱਚੇ ਪਾਤਸ਼ਾਹ 4 ਪਹਿਰ ਦਿਨ ਸੁੱਖ ਸ਼ਾਂਤੀ ਨਾਲ ਬਤੀਤ ਹੋਇਆ, 4 ਪਹਿਰ ਰਾਤ ਆਪਣੇ ਭਾਣਿਆਂ ਦੇ ਉੱਤੇ। ਇਹਨਾਂ ਮਾਵਾਂ ਦੀਆਂ ਗੋਦੀਆਂ 'ਚੋਂ ਬੱਚੇ ਖੋਲੇ, ਇਹਨਾਂ ਮਾਵਾਂ ਦੀਆਂ ਗੋਦੀਆਂ 'ਚੋਂ ਬੱਚੇ ਖੋ ਕੇ ਬੱਚਾ ਸਮਾਨ ਵੱਲ ਸੁੱਟ ਦਿੱਤਾ, ਥੱਲੇ ਨੇਜ਼ਾ ਕਰ ਦਿੱਤਾ, ਬੱਚਾ ਨੇਜ਼ੇ 'ਚ ਪਰੋਇਆ ਗਿਆ। ਖੂਨ ਦੀਆਂ ਤਤੀਰੀਆਂ ਵਹਿ ਰਹੀਆਂ ਨੇ, ਬੱਚਾ ਤੜਫ ਰਿਹਾ। ਮਾਂ ਦੀਆਂ ਅੱਖਾਂ ਦੇ ਸਾਹਮਣੇ ਬੱਚਾ ਤੜਪ ਕੇ ਸ਼ਹੀਦ ਹੋ ਰਿਹਾ ਹੈ, ਪ੍ਰਾਣ ਤਿਆਗ ਰਿਹਾ ਹੈ। ਪਰ ਮਾਂ ਨੇ ਧਰਮ ਨਹੀਂ ਛੱਡਿਆ, ਮਾਂ ਨੇ ਮਮਤਾ ਤਿਆਗ ਦਿੱਤੀ ਹੈ, ਪਰ ਧਰਮ ਨਹੀਂ ਛੱਡਿਆ। ਬੱਚਿਆਂ ਦੇ ਟੋਟੇ ਕਰਕੇ ਗਲਾਂ 'ਚ ਹਾਰ ਪਾ ਕੇ ਪਾ ਦਿੱਤੇ ਨੇ, ਪਰ ਫਿਰ ਵੀ ਨਾ ਮਾਂ ਨੇ ਧਰਮ ਨਹੀਂ ਛੱਡਿਆ। ਫਿਰ ਵੀ ਅਰਦਾਸ ਇਹੀ ਕਰਦੀਆਂ ਰਹੀਆਂ, ਸੱਚੇ ਪਾਤਸ਼ਾਹ 4 ਪਹਿਰ ਦਿਨ ਸੁੱਖ ਸ਼ਾਂਤੀ ਨਾਲ ਬਤੀਤ ਹੋਇਆ, ਅੱਜ 4 ਪਹਿਰ ਰਾਤ ਆਈ ਹੈ ਆਪਣੇ ਭਾਣੇ। ਮੇਰੀ ਧੀਓ, ਤੁਸੀਂ ਵਾਰਸ ਹੋ ਕੌਮ ਦੀਆਂ ਇਹਨਾਂ ਮਹਾਨ ਸ਼ਹੀਦ ਸਿੰਘਣੀਆਂ। ਇਹਨਾਂ ਦੀ ਅਗਵਾਈ ਪਤਾ ਕੌਣ ਕਰ ਰਿਹਾ ਸੀ? ਭਾਈ ਮਨੀ ਸਿੰਘ ਦੀ ਸਿੰਘਣੀ ਮਾਤਾ ਬਸੰਤ, ਜਿਨ੍ਹਾਂ ਨੇ ਮੀਰ ਮੰਨੂ ਦੀ ਜੇਲ੍ਹ ਵਿੱਚ ਸਿੰਘਣੀਆਂ ਦੀ ਅਗਵਾਈ ਕੀਤੀ ਔਰ ਇਹਨਾਂ ਨੂੰ ਸਿੱਖੋਂ ਦੋਨਾਂ ਨੂੰ। ਆਹ ਮੀਰ ਮੰਨੂ ਦੀ ਜੇਲ੍ਹ ਦੀਆਂ ਤਸਵੀਰਾਂ ਨੇ ਜੋ ਲਾਹੌਰ ਦੇ ਵਿੱਚ ਨੇ। ਕੁਝ ਬਹਾਦਰ ਬੀਬੀਆਂ, ਕਨਈਆ ਮਿਸਲ ਦੇ ਸਰਦਾਰ ਗੁਰਬਖਸ਼ ਸਿੰਘ ਦੀ ਪਤਨੀ ਮਹਾਰਾਣੀ ਸਦਾ। ਕਨਈਆ ਮਿਸਲ ਦੇ ਸਰਦਾਰ ਗੁਰਬਖਸ਼ ਸਿੰਘ ਜੰਗ ਦੇ ਮੈਦਾਨ ਦੇ ਵਿੱਚ ਸ਼ਹੀਦ ਹੋ ਜਾਂਦੇ ਨੇ। ਜਦੋਂ ਪਤਾ ਲੱਗਾ ਮਹਾਰਾਣੀ ਸਦਾ ਕੌਰ ਨੂੰ, ਇਹ ਦੁਹੱਥੜੇ ਮਾਰ ਕੇ ਰੋਈ ਨਹੀਂ, ਇਹ ਸਤੀ ਨਹੀਂ ਹੋਈ, ਬਲਕਿ ਘੋੜੇ ਦੇ ਉੱਤੇ ਸਵਾਰ ਹੋ ਕੇ ਜੰਗ ਦੀ ਅਗਵਾਈ ਕੀਤੀ ਹੈ, ਜੰਗ ਨੂੰ ਜਿੱਤ ਪ੍ਰਾਪਤ। ਮਹਾਰਾਜਾ ਰਣਜੀਤ ਸਿੰਘ ਦੀ ਸੱਸ ਹੈ, ਇਹਦੀ ਬੇਟੀ ਮਹਿਤਾਬ ਕੌਰ ਮਹਾਰਾਜਾ ਰਣਜੀਤ ਸਿੰਘ ਨਾਲ ਵਿਆਹੀ ਗਈ। ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਭਾਗ ਕਾਇਮ ਕਰਨ ਦੇ ਵਿੱਚ ਮਹਾਰਾਣੀ ਸਦਾ ਕੌਰ ਦਾ ਬਹੁਤ ਵੱਡਾ ਯੋਗਦਾਨ ਹੈ। ਮਹਾਰਾਣੀ ਜਿੰਦ ਕੌਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਸਭ ਤੋਂ ਛੋਟੀ ਰਾਣੀ, ਕਮਰਦੀਪ ਸਿੰਘ ਦੀ ਮਾਂ। ਔਰ ਮਹਾਰਾਜਾ ਰਣਜੀਤ ਸਿੰਘ ਦੇ ਖੁੱਸੇ ਹੋਏ ਰਾਜ ਭਾਗ ਨੂੰ ਬਚਾਉਣ ਦੇ ਲਈ ਮਹਾਰਾਣੀ ਜਿੰਦ ਕੌਰ ਨੇ ਬੜੇ ਯਤਨ ਕੀਤੇ, ਪਰ ਇਹ ਯਤਨ ਜਿਹੜੇ ਹੈ ਪੂਰੇ ਨਹੀਂ ਹੋਣ ਦਿੱਤੇ। ਪੁੱਤਰ ਕਮਰਦੀਪ ਸਿੰਘ ਬਚਪਨ ਤੋਂ ਹੀ ਛੋੜ ਦਿੱਤਾ ਗਿਆ ਹੈ। ਅੰਗਰੇਜ਼ ਇੰਗਲੈਂਡ ਲੈ ਗਏ ਨੇ, ਧਰਮ ਤੋਂ ਦੂਰ ਕਰ ਦਿੱਤਾ ਗਿਆ, ਸਿੱਖੀ ਤੋਂ ਦੂਰ ਕਰ ਦਿੱਤਾ ਗਿਆ। ਮਾਂ ਨੂੰ ਮਿਲਣ ਦੀ ਤੜਫ ਹੈ। ਆਖਿਰਕਾਰ ਮਾਂ ਤੇ ਪੁੱਤਰ ਦਾ ਮਿਲਾਪ ਹੋਣ ਦੀ ਇੱਛਾ ਪੂਰੀ ਹੋ ਰਹੀ ਹੈ। ਕਲਕੱਤੇ ਦੇ ਵਿਕਟੋਰੀਆ ਹਾਊਸ ਦੇ ਵਿੱਚ ਮਾਂ ਤੇ ਪੁੱਤਰ ਦਾ ਮਿਲਾਪ ਹੋ ਰਿਹਾ ਹੈ। ਮਹਾਰਾਣੀ ਜਿੰਦ ਕੌਰ ਨੇ ਕਮਰਦੀਪ ਸਿੰਘ ਨੂੰ ਕੁੱਟ ਕੇ ਗਲਵੱਕੜੀ 'ਚ ਲਿਆ, ਉਹਦੀ ਪਿੱਠ ਥਾਪੜੀ ਹੈ, ਉਹਦਾ ਮੱਥਾ ਚੁੰਮਿਆ ਹੈ, ਤੇ ਜਦੋਂ ਅਸੀਸ ਦੇਣ ਲਈ ਸਿਰ ਦੇ ਉੱਤੇ ਹੱਥ ਰੱਖਿਆ, ਕੀ ਵੇਖਦੀ ਹੈ? ਕਮਰਦੀਪ ਸਿੰਘ ਦੇ ਸਿਰ ਦੇ ਉੱਤੇ ਕੇਸ ਨਹੀਂ। ਗਲਵੱਕੜੀ ਦੇ ਵਿੱਚੋਂ ਕਮਰਦੀਪ ਸਿੰਘ ਨੂੰ ਪਛਾਣ ਤੱਕਦੀ ਹੈ। ਅੱਜ ਅਸੀਸਾਂ ਦੇਣ ਦੀ ਬਜਾਏ ਮਹਾਰਾਣੀ ਜਿੰਦ ਕੌਰ ਕਮਰਦੀਪ ਸਿੰਘ ਨੂੰ ਵੱਧ ਅਸੀਸਾਂ ਦੇ ਰਹੀ ਹੈ। ਉਹ ਕਮਰਦੀਪ ਸਿੰਘ, ਤੂੰ ਕੇਸ ਕਤਲ ਕਰਵਾਉਣ ਤੋਂ ਪਹਿਲਾਂ ਮਰ ਕਿਉਂ ਨਹੀਂ? ਕਿਉਂਕਿ ਧਰਮ ਛੱਡ ਦਿੱਤਾ ਨਾ। ਕਮਰਦੀਪ ਸਿੰਘ ਨੇ ਆਖਿਆ, ਮਾਂ ਮੈਂ ਤਾਂ ਅੰਗਰੇਜ਼ਾਂ ਦੇ ਅਧੀਨ ਸੀ, ਜੋ ਕੁਛ ਮੈਨੂੰ ਉਹ ਸਿਖਾਉਂਦੇ ਗਏ ਮੈਂ ਉਹ ਕਰਦਾ ਰਿਹਾ, ਪਰ ਅੱਜ ਤੋਂ ਬਾਅਦ ਤੁਹਾਡੇ ਨਾਲ ਮੇਰਾ ਵਾਅਦਾ ਹੈ ਕਿ ਮੈਂ ਮੁੜ ਕੇ ਆਪਣੇ ਧਰਮ ਦੇ ਵਿੱਚ ਵਾਪਸ ਆ ਜਾਵਾਂਗਾ, ਤੇ ਅੱਜ ਤੋਂ ਬਾਅਦ ਮੈਂ ਕੇਸ ਕਤਲ ਨਹੀਂ ਕਰਵਾਉਂਗਾ।
ਜਿੰਦਾ ਜੀ ਕਮਰ ਦਲੀਪ ਸਿੰਘ ਨੂੰ ਇਸ ਪੰਜਾਬ ਦੀ ਧਰਤੀ ਤੇ ਨਹੀਂ ਆਉਣ ਦਿੱਤਾ ਗਿਆ। ਸਾਡਾ ਜਿਹੜਾ ਖੁੱਸਿਆ ਹੋਇਆ ਰਾਜ ਭਾਗ ਸੀ ਸ਼੍ਰੀ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ, ਜੋ ਕਾਬਲ ਕੰਧਾਰ ਤੋਂ ਲੈ ਕੇ ਦਿੱਲੀ ਦੇ ਜਮਨਾ ਤੱਕ ਫੈਲਿਆ ਹੋਇਆ ਸੀ, ਕਈ ਹਜ਼ਾਰ ਵਰਗ ਕਿਲੋਮੀਟਰ ਦੇ ਖੇਤਰਫਲ ਦੇ ਵਿੱਚ, ਉਹ ਅੱਜ ਸਾਨੂੰ ਪ੍ਰਾਪਤ ਨਹੀਂ ਹੋ ਸਕਿਆ। ਕਦੇ ਅਸੀਂ ਉਸ ਰਾਜ ਭਾਗ ਦੇ ਅਸੀਂ ਮਾਣਦੇ ਹੁੰਦੇ ਸੀ, ਰਾਜ ਭਾਗ ਦੇ ਸੀ ਵਾਰਸ। ਰਾਣੀ ਸਾਹਿਬ ਕੌਰ ਪਟਿਆਲੇ ਦੇ ਮਹਾਰਾਜਾ ਅਮਰ ਸਿੰਘ ਦੀ ਧੀ ਅਤੇ ਰਾਜਾ ਸਾਹਿਬ ਸਿੰਘ ਦੀ ਵੱਡੀ ਭੈਣ। ਰਾਜਾ ਸਾਹਿਬ ਸਿੰਘ ਐਸ਼ਪ੍ਰਸਤੀ 'ਚ ਪੈ ਗਿਆ, ਨਸ਼ਿਆਂ 'ਚ ਪੈ ਗਿਆ, ਆਪਣੇ ਰਾਜ ਦਰਬਾਰੀ ਵਰਗੇ ਰਾਜਿਆਂ ਵਾਲੇ ਕਰਤੱਵ ਭੁੱਲ ਗਿਆ। ਮਰਹੱਟਿਆਂ ਨੇ ਹਮਲਾ ਕਰ ਦਿੱਤਾ ਹੈ। ਮਰਹੱਟਿਆਂ ਤੋਂ ਰਾਜ ਭਾਗ ਬਚਾਉਣ ਦੇ ਲਈ ਮਹਾਰਾਣੀ ਸਾਹਿਬ ਕੌਰ ਨੇ ਫੌਜਾਂ ਦੀ ਅਗਵਾਈ ਕੀਤੀ, ਮਰਹੱਟਿਆਂ ਨੂੰ ਖਦੇੜਿਆ ਔਰ ਆਪਣੇ ਜੀਂਦੇ ਜੀ ਇਸ ਰਾਜ ਭਾਗ ਦੇ ਉੱਤੇ ਕਬਜ਼ਾ ਨਹੀਂ ਹੋਣ ਦਿੱਤਾ। ਬੀਬੀ ਬਲਬੀਰ ਕੌਰ ਗੁਰਦੁਆਰਿਆਂ ਨੂੰ ਮਹੰਤਾਂ ਤੋਂ ਆਜ਼ਾਦ ਕਰਵਾਉਣ ਦੇ ਲਈ ਮੋਰਚਾ ਲੱਗਿਆ, ਗੁਰੂ ਕੇ ਬਾਗ ਦਾ ਮੋਰਚਾ। ਸਿੰਘ ਜਾ ਰਹੇ ਨੇ, ਅੱਗੋਂ ਗੋਲੀਆਂ ਵੱਧਦੀਆਂ ਨੇ, ਸ਼ਹੀਦ ਹੋ ਰਹੇ ਨੇ। ਇੱਕ ਬੀਬੀਆਂ ਦੇ ਜੱਥੇ ਦੀ ਅਗਵਾਈ ਬੀਬੀ ਬਲਬੀਰ ਕੌਰ ਕਰਦੀ ਹੈ। ਇਹਦੀ ਗੋਦੀ 'ਚ ਕੁਝ ਮਹੀਨਿਆਂ ਦਾ ਬੱਚਾ, ਗੋਲੀ ਚਲਾਈ ਹਕੂਮਤ ਤੇ ਸਿਪਾਹੀਆਂ ਨੇ, ਗੋਲੀ ਬੱਚੇ ਨੇ ਵੱਜੀ ਹੈ, ਬੱਚੇ ਨੇ ਪ੍ਰਾਣ ਤਿਆਗ ਦਿੱਤੇ ਹੈ। ਸੜਕ ਦੇ ਉੱਤੇ ਬੱਚੇ ਨੂੰ ਲੰਮਾ ਪਾ ਬੀਬੀ ਬਲਬੀਰ ਕੌਰ ਅੱਗੇ ਵੱਧਦੀ ਜਾ ਰਹੀ ਹੈ। ਮਮਤਾ ਤਿਆਗ ਦਿੱਤੀ ਹੈ ਪਰ ਆਪਣਾ ਧਰਮ ਨਹੀਂ ਤਿਆਗਿਆ। ਇਹ ਬੀਬੀ ਵੀ ਸ਼ਹੀਦ ਹੋ ਗਈ ਹੈ ਔਰ ਮਹੰਤਾਂ ਤੋਂ, ਅੰਗਰੇਜ਼ਾਂ ਤੋਂ ਗੁਰਦੁਆਰਿਆਂ ਨੂੰ ਆਜ਼ਾਦ ਕਰਵਾਇਆ। ਇਸ ਤੋਂ ਇਲਾਵਾ ਭਾਈ ਤਾਰੂ ਸਿੰਘ ਦੀ ਮਾਂ ਤੇ ਭੈਣ ਦਾ ਕਰਤੱਵ ਵੀ ਵਿਸ਼ੇਸ਼ ਧਿਆਨ ਖਿੱਚਦਾ ਹੈ। ਬੀਬੀ ਦੀਪ ਕੌਰ ਨੇ ਇਕੱਲੀ ਨੇ ਮੁਗਲ ਫੌਜ ਦੀ ਟੁਕੜੀ ਦਾ ਮੁਕਾਬਲਾ ਕਰਦਿਆਂ ਫੌਜੀ ਟੁਕੜੀ ਦੇ ਅਫਸਰ ਸਣੇ ਕਈਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਕੁਝ ਹੋਰ ਪ੍ਰੇਰਨਾ ਸਰੋਤ ਬੀਬੀਆਂ, ਸਰਦਾਰ ਜੱਸਾ ਸਿੰਘ ਆਹਲੂਵਾਲੀਆ ਸੁਲਤਾਨ ਕੌਮ ਬੜਾ ਮਹਾਨ ਯੋਧਾ ਹੋਇਆ, ਜਿਹਨੇ ਦਿੱਲੀ ਨੂੰ ਫਤਿਹ ਵੀ ਕੀਤਾ ਹੈ। ਦਿੱਲੀ ਦੇ ਲਾਲ ਕਿਲੇ ਤੇ ਸਰਦਾਰ ਭੰਗੇਰ ਸਿੰਘ ਉਹਨਾਂ ਨੇ ਮਾਰਚ ਦੇ ਵਿੱਚ ਉੱਥੇ ਜਿਹੜਾ ਖਾਲਸੀ ਨਿਸ਼ਾਨ ਝੁਲਾਇਆ ਸੀ ਔਰ ਬਾਅਦ ਦੇ ਵਿੱਚ ਜਦੋਂ ਸਮਰੂ ਬੇਗਮ ਨੇ ਸ਼ਾਹ ਆਲਮ ਨੇ ਬੇਨਤੀ ਕੀਤੀ ਹੈ, ਦੇਰ ਨਹੀਂ ਲਾਈ, ਉਹਨਾਂ ਦਾ ਰਾਜ ਭਾਗ ਜਿਹੜਾ ਸੀ ਉਹਨਾਂ ਨੂੰ ਵਾਪਸ ਕਰ ਦਿੱਤਾ ਹੈ। ਔਰ ਉਸ ਦਿੱਲੀ ਦੇ ਤਖਤ ਦੇ ਉੱਤੇ, ਲਾਲ ਕਿਲੇ ਦੇ ਉੱਤੇ ਆਪ ਨਹੀਂ ਸੀ ਬੈਠੇ, ਬਲਕਿ ਪੰਜਾਂ ਪਿਆਰਿਆਂ ਨੂੰ ਇਹਨਾਂ ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਸਰਦਾਰ ਭੰਗੇਰ ਸਿੰਘ ਉਹਨਾਂ ਨੇ ਬਿਠਾਇਆ ਸੀ। ਗਰੀਬੀ ਦੀ ਅਵਸਥਾ ਦੇ ਵਿੱਚ ਇਹਦੀ ਮਾਂ ਵੱਲੋਂ ਜਿਸ ਤਰੀਕੇ ਦੇ ਨਾਲ ਇਸ ਬੱਚੇ ਦੀ ਪਾਲਣਾ ਕੀਤੀ ਗਈ, ਜੋ ਸਿੱਖਿਆ ਦਿੱਤੀ, ਉਹ ਵੀ ਸਾਡੇ ਸਾਹਮਣੇ ਹੈ, ਪ੍ਰੇਰਨਾ ਸਰੋਤ ਹੈ। ਬੀਬੀ ਧਰਮ ਕੌਰ ਤੇ ਉਸਦੀਆਂ ਸਾਥਣਾਂ ਕੇਵਲ 20 ਸੀਗੀਆਂ। ਇਹਨਾਂ ਨੇ ਜ਼ਫਰ ਬੇਗ ਦੇ ਬਹੁਤ ਸਾਰੇ ਲਸ਼ਕਰ ਦਾ ਮੁਕਾਬਲਾ ਬਹਾਦਰੀ ਨਾਲ ਕੀਤਾ ਔਰ ਬੀਬੀ ਧਰਮ ਕੌਰ ਨੇ ਤਾਂ ਜ਼ਖਮੀ ਹਾਲਤ ਦੇ ਵਿੱਚ ਜ਼ਫਰ ਬੇਗ ਦਾ ਹੱਥ ਵੀ ਵੱਢ ਦਿੱਤਾ ਸੀ ਔਰ ਜਿਹੜੀਆਂ ਉਹਦੀ ਕੈਦ ਦੇ ਵਿੱਚ ਬੀਬੀਆਂ ਸੀ ਨਾ, ਉਹਨਾਂ ਨੂੰ ਵੀ ਛੁਡਾ ਲਿਆ ਸੀਗਾ। ਬੀਬੀ ਨਿਰਭੈ ਕੌਰ ਤੇ ਬੀਬੀ ਬਘੇਲ ਕੌਰ ਦਾ ਵੀ ਇਤਿਹਾਸ ਦੇ ਵਿੱਚ ਨਵੇਕਲਾ ਸਥਾਨ ਹੈ। ਇਹ ਹੈ ਬੀਬੀ ਨਿਰਭੈ ਕੌਰ, ਜਿਹਨੇ ਜ਼ਫਰ ਬੇਗ ਦੇ ਕੈਦ ਦੇ ਵਿੱਚੋਂ ਦੀ ਜਿਹੜੀਆਂ ਇਹ ਬੀਬੀਆਂ ਨੂੰ, ਔਰਤਾਂ ਨੂੰ, ਜਵਾਨਾਂ ਨੂੰ ਚੁੱਕ ਕੇ ਲੈ ਗਿਆ ਸੀ, ਉਹਨਾਂ ਨੂੰ ਛੁਡਾ ਕੇ ਲਿਆਂਦਾ ਸੀ। ਅਨੇਕਾਂ ਹੀ ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਇਤਿਹਾਸ ਤੋਂ ਸਾਨੂੰ ਮਿਲ ਜਾਂਦੀਆਂ ਨੇ। ਬੀਬੀ ਬਲਜੀਤ ਕੌਰ ਇੱਕ ਸਿੱਖ ਰਾਜੇ ਸਰਦਾਰ ਭਗੇਲ ਸਿੰਘ ਦੀ ਇਕਲੌਤੀ ਧੀ ਸੀ। ਪਿਤਾ ਦੀ ਮੌਤ ਤੋਂ ਬਾਅਦ ਨਾ ਕੇਵਲ ਰਾਜ ਭਾਗ ਸੰਭਾਲਿਆ, ਬਲਕਿ ਇਸ ਦੀ ਰਾਖੀ ਲਈ ਵੀ ਫੌਜ ਦੀ ਅਗਵਾਈ ਕੀਤੀ। ਬੀਬੀ ਹਰਸ਼ਰਨ ਕੌਰ, ਜਮਰਾਓ ਦੇ ਕਿਲੇ ਦੇ ਉੱਤੇ ਹਮਲਾ ਹੋ ਗਿਆ। ਭਾਈ ਮਹਾਂ ਸਿੰਘ ਮੀਰਪੁਰੀਆ ਇਸ ਕਿਲੇ ਦੇ ਵਿੱਚ ਅਗਵਾਈ ਕਰ ਰਿਹਾ ਹੈ। ਸਰਦਾਰ ਹਰੀ ਸਿੰਘ ਨਲੂਆ ਇੱਕ ਪੇਸ਼ਾਵਰ ਦੇ ਵਿੱਚ ਨੇ, ਬਿਮਾਰ ਨੇ, ਬਜ਼ੁਰਗ ਨੇ। ਭਾਈ ਮਹਾਂ ਸਿੰਘ ਨੇ ਆਖਿਆ ਕਿ ਮੈਨੂੰ ਇੱਕ ਜਵਾਨ ਚਾਹੀਦਾ ਹੈ ਜੋ ਮੇਰੇ ਪਿਤਾ ਸਰਦਾਰ ਹਰੀ ਸਿੰਘ ਨਲੂਏ ਤੱਕ ਮੇਰਾ ਖਤ ਪਹੁੰਚਾ ਸਕੇ। ਬੀਬੀ ਹਰਸ਼ਰਨ ਕੌਰ ਨੇ ਇਹ ਜ਼ਿੰਮੇਵਾਰੀ ਆਪਣੇ ਸਿਰ ਲਈ ਮਰਦਾਨਾ ਤੇ ਧਾਰ ਕੇ ਘੋੜੇ ਦੇ ਉੱਤੇ ਸਵਾਰ ਹੋ ਕੇ ਅਫਗਾਨਾਂ ਦਾ ਹਜ਼ਾਰਾਂ ਦੀ ਗਿਣਤੀ ਦਾ ਘੇਰਾ ਚੀਰਦੀ ਹੋਈ ਬੀਬੀ ਹਰਸ਼ਰਨ ਕੌਰ ਜਮਰਾਓ ਤੋਂ ਪੇਸ਼ਾਵਰ ਪਹੁੰਚੀ ਹੈ। ਸਰਦਾਰ ਹਰੀ ਸਿੰਘ ਨਲੂਆ ਤੱਕ ਖਤ ਪਹੁੰਚਾਇਆ। ਉਸ ਤੋਂ ਬਾਅਦ ਹਰੀ ਸਿੰਘ ਨਲੂਆ ਜਮਰਾਓ ਦੇ ਕਿਲੇ 'ਚ ਪਹੁੰਚੇ ਨੇ, ਆਪਣੇ ਜਿੰਦਾ ਜੀ ਉਸ ਕਿਲੇ ਦੇ ਉੱਤੇ ਕਬਜ਼ਾ ਨਹੀਂ ਹੋਣ ਦਿੱਤਾ। ਅਮਰੀਕਨ 에ਅਰਲਾਈਨ ਕਾਰਪੋਰੇਸ਼ਨ ਦੇ ਵਿੱਚ ਬੀਬੀ ਅਰਪਿੰਦਰ ਕੌਰ ਇੱਕ ਕੇਸਰੀ ਪਹਿਨ ਕੇ ਸੇਵਾ ਨਿਭਾ ਰਹੀ ਹੈ। ਬਗਾਨੇ ਮੁਲਕਾਂ ਦੇ ਵਿੱਚ ਬੀਬੀਆਂ ਅਜਿਹੀਆਂ ਸੇਵਾਵਾਂ ਨਿਭਾ ਰਹੀਆਂ ਨੇ। ਬੀਬੀ ਰਣਵੀਰ ਕੌਰ ਇੱਥੇ ਜਿਹੜੀ US ਆਰਮਡ ਫੋਰਸ ਭੇਜੀ ਗਈ ਸੀ 2003 ਦੇ ਵਿੱਚ ਅਫਗਾਨਿਸਤਾਨ ਦੇ ਵਿੱਚ, ਬੀਬੀ ਰਣਵੀਰ ਕੌਰ
फौजी अफसर है, जिस तरीके दे नाल अफगान औरतों का, अफगानी युवकों का इन्हें दिल जित्या, ये बीबियाँ किवें उन्होंने घुट घुट गलवकड़ी च लै रही हैं। बीबी मनदीप कौर पंजाब खेतीबाड़ी यूनिवर्सिटी लुधियाना तो पढ़ के गई है और यूके की रॉयल एयर फोर्स के चैंपियन वजों ये सेवावां निभा रही है। बीबी मनदीप कौर बड़ी अच्छी बुलारा भी है, साडे कैंपां दे विच ऑनलाइन या ऑफलाइन बीबी मनदीप कौर का संबोधन असीं अक्सर करवाते रहते हैं। बीबी परविंदर कौर शेरगिल जलंधर तो है और ये पहली सिख जज है कनेडा दे विच, कनेडा की सुप्रीम कोर्ट दे विच। एक पासे ते ये बीबियां ने जिहड़ियां बगाने मुल्कां दे विच इसे रूप के स्वरूप के वक्-वक् सेवावां निभा रही हैं। एक साडा मुल्क है जिथे धर्म के नाम पर वंडियां पाइयां जा रही हैं साडे शासकों वालों, कदे हिसाब के नाम पर उस धर्म को मनण वालियां ते पाबंदियां लगाईयां जा रही हैं उस पहरावे को पहनण ते, कदे केसकी पहनण ते, कदे दस्तार पहनण ते, कदे किसी होर धर्म का चिन्ह पहनण ते। इस साडे अपने मुल्क के विच पाबंदियां लाइयां जा रही हैं धर्म के नाम पर, बोली के नाम पर, जात पात के नाम पर, रंग नस्ल के नाम पर वंडियां पाइयां जा रही हैं, वितकरे झंडे ला रहे हैं। असीं इस सब कुछ तो सुचेत रहना है। साडा इतिहास जिहड़ा है सभ्य सांझी वाल सदायन, कोई ना दस्से बाहरा जियो है, सबको उम्मीद हम आपन कीना, हम सबना के साथ जुड़ा है। बीबी अमृत कौर ते बीबी रविंदर कौर ये जोड़ियां भैणां ने और ये आर्टिस्ट ने, बहुत वधिया ये पेंटिंग करदियां ने दोनों बीबियां ने, बहुत सारे मान सन्मान इन्हां बीबियां नूं मिले ने। बीबी मनजिंदर कौर डायरैक्टर है यूनाइटेड सिक्स की, डायरैक्टर है, बहुत सारिया निभावां समाज सेवा दे विच ये बीबी जी अज निभा रहे हैं। पटियाले दे विच जलंधर दे विच बीबी प्रकाश कौर जी एक जिहड़े लवारस बच्चे ने, यतीम बच्चे ने जां जिहड़ियां लोड़वंद बीबियां ने उन्हां दी सेवा संभाल दे विच डटे हुए ने। पिछे जे मेरे ख्याल ट्रुडो जी आए सी, शायद जस्टिन ट्रुडो जिहड़े कनेडा के प्रधानमंत्री ने, वो भी इन्हां दा जिहड़ा सेंटर है वो सेंटर जाके गए हैं। साडे देश के जिहड़े बहुत सारे लीडर हैं वो भी बीबी प्रकाश जी वालों जिहड़ा उत्थे चलाया जा रहा है वो आते हैं और रिलायंस फाउंडेशन वालों इन्हां नूं कई साल पहला असली हीरो का अवार्ड जिहड़ा सी वो दिता गया। डॉक्टर अनारकली कौर उनियार ये MP ने अफगानिस्तान के अजकल हुण अफगानिस्तान के तालिबान ने मुड़ के कब्जा कर लिया है, तो जिहड़े उत्थों की शरणार्थी साडे हिंदुस्तान च आए हैं उन्होंने डॉक्टर अनारकली जी भी उन्होंने शरणार्थियों के नाल आए हैं और उत्थों के चुने हुए MP ने। और इन्हों मई 2009 के जो 25 कुछ साल की इन्हों उम्र सी, इन्हों पर्सन ऑफ द ईयर का अवार्ड जिहड़ा सीगा वो दिता गया सी, सिख हीरोइन का अवार्ड बीबी नूं दिता गया सी। इन्होंने अफगानिस्तान के विच मनुखी अधिकारां दे लई बहुत सारा जिहड़ा काम सी वो कीता। बीबी सनातन कौर जी, शांति कौर जी के नाम नाल भी जानते हैं, बहुत वधिया गाउंदे ने। अमृत वेला नाम की इन्हां दी एक सीडी है वो बड़ी पॉपुलर है और इन्हां दा गाया होया मूल मंत्र है वो इन्हां दा संगीत जिहड़ा है हॉलीवुड दीयां फिल्मां दे विच भी वरतिया जा रहा है। बीबी डॉक्टर इंद्रजीत कौर जी ऑल इंडिया पिंगलवाड़ा सोसाइटी अमृतसर के संचालक ने। भगत पूरन सिंह जी वालों जिहड़ा पिंगलवाड़ा चलाया सी, भगत पूरन सिंह जी के वारस ने, पेशे वालों एक MBBS डॉक्टर ने, अपना किता छड्ड के समुचा जीवन जिहड़ा है ऑल इंडिया पिंगलवाड़ा सोसाइटी के विच सेवावां निभा रहे हैं। प्यार की मूर्त की गल मैं बीबी मुमताज जी की की सी। प्यार की मूर्त की गल दीयां दो घटनावां, दो उदाहरण तुहाडे नाल साझीआं करन लगा। बीबी सुरेंद्र कौर अक्तूबर 1983 देश की प्रधानमंत्री इंदिरा गांधी का कत्ल हो गया। कत्ल का मुकदमा भाई सतवंत सिंह उन्होंने चलिया। भाई सतवंत सिंह का जो विआह नहीं होया, बीबी सुरेंद्र कौर नाल रिश्ता हो चुका है, मंगनी हो चुकी। बीबी सुरेंद्र कौर को पता है कि देश की प्रधानमंत्री के कत्ल का मुकदमा सतवंत सिंह से चल रहा है, इनू जे फांसी नहीं तो उम्र कैद का जरूर हो। बीबी सुरेंद्र कौर ने भाई सतवंत सिंह की फोटो के नाल ही
ਵਿਆਹ ਕਰਵਾ ਕੇ ਲਾਵਾਂ ਲੈ ਕੇ ਆਪਣੇ ਪੇਕੇ ਘਰੋਂ ਅਫਗਾਨ ਖੁਦ ਆਪਣੇ ਸਹੁਰੇ ਘਰ ਆ ਕੇ ਬੜਾ ਸਮਝਾਇਆ ਇਹਨਾਂ ਦੇ ਮਾਪਿਆਂ ਨੇ ਵੀ, ਬਾਕੀਆਂ ਨੇ ਵੀ ਤੂੰ ਅਜਿਹਾ ਨਾ ਕਰ ਕਿ ਤੇਰਾ ਕਿਹੜਾ ਉਹਦੇ ਨਾਲ ਵਿਆਹ ਹੋਇਆ। ਕਹਿੰਦੀ ਨਹੀਂ, ਮੇਰਾ ਮੰਗਣਾ ਤਾਂ ਹੋ ਚੁੱਕਾ, ਜੇ ਵਿਆਹ ਤੋਂ ਬਾਅਦ ਇਹ ਘਟਨਾ ਵਾਪਰ ਜਾਂਦੀ ਫਿਰ। ਭਾਈ ਸਤਵੰਤ ਸਿੰਘ ਨੂੰ ਬਾਅਦ ਦੇ ਵਿੱਚ ਸ਼ਹੀਦ ਕਰ ਦਿੱਤਾ ਗਿਆ, ਫਾਂਸੀ ਤੇ ਚਾੜ੍ਹ ਦਿੱਤਾ ਗਿਆ। ਬੀਬੀ ਸੁਰਿੰਦਰ ਕੌਰ ਨੇ ਆਪਣਾ ਸਮੁੱਚਾ ਜਿਹੜਾ ਜੀਵਨ ਸੀ ਉਹ ਭਾਈ ਸਤਵੰਤ ਸਿੰਘ ਦੀ ਯਾਦ ਦੇ ਵਿੱਚ ਬਤੀਤ ਕੀਤਾ ਹੈ, ਪਰਮਾਤਮਾ ਨੂੰ ਭਜਨ ਕਰ। ਇੱਥੇ ਕੋਈ ਲਾਲਚ ਨਹੀਂ, ਇੱਥੇ ਪਿਆਰ ਹੈ। ਜੋ ਬੀਬੀ ਸੁਰਿੰਦਰ ਕੌਰ ਜੀ ਨੇ ਜੋ ਮਾਪਿਆਂ ਨੇ ਰਿਸ਼ਤਾ ਤੈਅ ਕਰ ਦਿੱਤਾ ਸੀਗਾ ਭਾਈ ਸਤਵੰਤ ਸਿੰਘ ਨਾਲ, ਉਹ ਨਿਭਾਉਣ ਦੇ ਵਿੱਚ ਦਿਖਾਇਆ। ਮੈਂ ਸਿਰਫ ਇਹ ਘਟਨਾ ਜਿਹੜੀ ਹੈ ਉਹਦੀ ਜਿਹੜੀ ਪ੍ਰੇਰਨਾ ਹੈ, ਪਿਆਰ ਅਸਲ 'ਚ ਕੀ ਹੈ, ਉਹ ਤੁਹਾਡੇ ਨਾਲ ਸਾਂਝਾ ਕਰ ਰਿਹਾ। ਭਾਈ ਸਤਵੰਤ ਸਿੰਘ ਨੇ ਜੋ ਕੀਤਾ ਤੁਸੀਂ ਉਹਦੇ ਨਾਲ ਸਹਿਮਤ ਹੋਵੋ ਜਾਂ ਅਸਹਿਮਤ ਹੋਵੋ, ਇੱਕ ਵੱਖਰਾ ਮੁੱਦਾ ਹੈ। ਇਸੇ ਤਰ੍ਹਾਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ, ਕਿਉਂਕਿ ਇਲੈਕਸ਼ਨ ਦਾ ਦੌਰ ਹੋ ਕੇ ਹਟਿਆ, ਇਹਨਾਂ ਦੀ ਰਿਹਾਈ ਦਾ ਮਸਲਾ ਬੜਾ ਸਿਆਸਤ ਵਿੱਚ ਗਰਮਾਇਆ ਰਿਹਾ। ਇਹਦੇ 'ਤੇ ਸਿਆਸਤ ਕੀਤੀ ਜਾਂਦੀ ਹੈ, ਕੀਤੀ ਜਾ ਰਹੀ ਹੈ। ਕਿਸੇ ਮੁਕੱਦਮੇ ਦੇ ਵਿੱਚ ਇਹਨਾਂ ਨੂੰ ਫਾਂਸੀ ਹੋ ਗਈ। ਜਿਹੜੀ ਜੱਜਾਂ ਦੀ ਸੀਗੇ ਜੱਜ, ਉਹਨਾਂ ਦੀ ਬਹੁਤ ਸੰਮਤੀ ਵੀ ਨਹੀਂ ਸੀ, ਘੱਟ ਸੰਮਤੀ ਦੇ ਨਾਲ ਫਾਂਸੀ ਦੀ ਸਜ਼ਾ ਦੇ ਦਿੱਤੀ ਗਈ। ਦੱਸਿਆ ਜਾ ਰਿਹਾ ਹੈ ਕਿ ਜਿਹੜੇ ਇਹਨਾਂ ਦੇ ਗਵਾਹ ਸੀ, ਸਬੂਤ ਸੀ, ਉਹ ਵੀ ਨਹੀਂ ਸੀ ਮਿਲ ਰਹੇ ਜਿਹਨਾਂ ਦੇ ਨਾਲ ਦੋਸ਼ੀ ਕਰਾਰ ਦਿੱਤਾ ਜਾਵੇ। ਖੈਰ ਵੱਖਰਾ ਮੁੱਦਾ ਹੈ, ਮੈਂ ਇਸ ਪਾਸੇ ਨਾ ਜਾਵਾਂ। ਜਿਹੜੀ ਘਟਨਾ ਜਿਹੜੀ ਪ੍ਰੇਰਨਾ ਤੁਹਾਡੇ ਨਾਲ ਸਾਂਝੀ ਕਰਨੀ ਆ ਉਹੀ ਸਾਂਝੀ ਕਰਾਂ। ਵੈਸੇ ਦਵਿੰਦਰਪਾਲ ਸਿੰਘ ਭੁੱਲਰ ਦਾ ਬੀਬੀ ਨਵਨੀਤ ਕੌਰ ਨਾਲ ਵਿਆਹ ਹੋ ਗਿਆ। 1 ਮਹੀਨੇ ਦੇ ਕਰੀਬ ਇਸ ਜੋੜੀ ਨੂੰ ਇਕੱਠਿਆਂ ਰਹਿਣ ਦਾ ਮੌਕਾ ਮਿਲਿਆ। ਬਾਅਦ ਦੇ ਵਿੱਚ ਵੈਸੇ ਦਵਿੰਦਰਪਾਲ ਸਿੰਘ ਭੁੱਲਰ ਦੀ ਗ੍ਰਿਫਤਾਰੀ ਹੋ ਗਈ, ਮੁਕੱਦਮਾ ਚੱਲ ਪਿਆ, ਫਾਂਸੀ ਦੀ ਸਜ਼ਾ ਦੇ ਦਿੱਤੀ ਗਈ। ਬਾਅਦ ਦੇ ਵਿੱਚ ਇਹਨਾਂ ਦੀ ਫਾਂਸੀ ਉਮਰ ਕੈਦ 'ਚ ਤਬਦੀਲ ਕਰ ਦਿੱਤੀ ਗਈ। ਬੀਬੀ ਨਵਨੀਤ ਕੌਰ ਨੇ, ਇਹਦੇ ਮਾਪਿਆਂ ਨੇ ਵੀ ਕਿਹਾ, ਬਾਕੀਆਂ ਨੇ ਵੀ ਕਿਹਾ ਕਿ ਛੱਡ ਦੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦਾ ਖਹਿੜਾ, ਜਵਾਨ ਉਮਰ ਹੈ, ਤੇਰੇ ਸਾਹਮਣੇ ਪਹਾੜ ਜਿਹੜੀ ਜ਼ਿੰਦਗੀ ਪਈ ਹੈ, ਤੇਰਾ ਹੋਰ ਪਾਸੇ ਵਿਆਹ ਹੋ ਜਾਏਗਾ। ਨਹੀਂ, ਆਪਣੇ ਪਤੀ ਦੀ ਰਿਹਾਈ ਦੇ ਲਈ ਬੀਬੀ ਨਵਨੀਤ ਕੌਰ ਯਤਨਸ਼ੀਲ ਰਹੇ ਨੇ, ਲੜਦੇ ਰਹੇ ਨੇ, ਕੇਸਾਂ ਦੀ ਪੈਰਵੀ ਕਰਦੇ ਰਹੇ ਨੇ, ਫਾਂਸੀ ਦੀ ਸਜ਼ਾ ਉਮਰ ਕੈਦ 'ਚ ਤਬਦੀਲ ਕਰਵਾਈ ਹੈ। ਔਰ ਮੁੜ ਕੇ ਹੁਣ ਇਹਨਾਂ ਨੂੰ ਰਿਹਾ ਕਰਵਾਉਣ ਦੇ ਲਈ ਚਾਰਾਜੋਈ ਜਿਹੜੀ ਹੈ ਬੀਬੀ ਨਵਨੀਤ ਕੌਰ ਵੱਲੋਂ, ਉਹਦੇ ਪਰਿਵਾਰ ਵੱਲੋਂ ਅਤੇ ਹੋਰ ਬਹੁਤ ਸਾਰੇ ਜਿਹੜੇ ਮਨੁੱਖੀ ਅਧਿਕਾਰਾਂ ਦੇ ਕਾਰਕੁਨ ਨੇ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ। ਆਪਾਂ ਕਹਿ ਸਕਦੇ ਹਾਂ ਕਿ ਔਰਤ ਨੂੰ ਜੋ ਪਦਵੀ ਸਿੱਖ ਗੁਰੂ ਸਾਹਿਬਾਨ ਨੇ ਬਖਸ਼ੀ, ਉਸ ਮੁਤਾਬਕ ਕਰਤੱਵ ਵੀ ਸਿੱਖ ਔਰਤ ਨੇ ਬਖੂਬੀ ਨਿਭਾ ਕੇ ਆਪਣੀ ਪਦਵੀ ਨੂੰ ਲਾਜ ਨਾ ਲੱਗਣ ਦਿੱਤੀ, ਸਗੋਂ ਸਮੁੱਚੀ ਔਰਤ ਦਾ ਸਿਰ ਮਾਣ ਨਾਲ ਉੱਚਾ। ਬਹੁਤ ਸਾਰੇ ਸਾਡੇ ਅੰਧ ਵਿਸ਼ਵਾਸ ਨੇ, ਵਹਿਮ ਭਰਮ ਨੇ, ਜੋ ਅੱਜ ਵੀ ਔਰਤ ਨੂੰ ਬਚਪਨ ਤੋਂ ਹੀ ਅਹਿਸਾਸ ਕਰਵਾਈ ਜਾ ਰਹੇ ਨੇ ਕਿ ਤੂੰ ਤਾਂ ਆਪਣੀ ਰੱਖਿਆ ਆਪ ਨਹੀਂ ਕਰ ਸਕਦੀ, ਤੂੰ ਤਾਂ ਮਰਦ ਦੇ ਅਧੀਨ ਹੈ, ਤੂੰ ਤਾਂ ਗੁਲਾਮ ਹੈ। ਮੈਂ ਉਹ ਛੱਡ ਕੇ ਇੱਕ ਆਖਰੀ ਜਿਹੜਾ ਮੁੱਦਾ ਹੈ ਉਹ ਛਾਉਂਦਾ ਹੋਇਆ ਸਮਾਪਤੀ ਕਰਾਂਗਾ। ਮੈਡੀਕਲ ਲਾਈਨ 'ਚ ਤੁਸੀਂ ਜੁੜੇ ਹੋਏ ਹੋ। ਅੱਜ ਮੈਡੀਕਲ ਲਾਈਨ ਦੇ ਵਿੱਚ ਕੀਤੇ ਹੋਏ ਉਪਯੋਗਾਂ ਦਾ ਦੁਰਉਪਯੋਗ ਕਰਦੇ ਹੋਏ, ਉਪਕਰਨਾਂ ਦਾ ਦੁਰਉਪਯੋਗ ਕਰਦੇ ਹੋਏ, ਮੈਡੀਕਲ ਕਾਢਾਂ ਦਾ ਦੁਰਉਪਯੋਗ ਕਰਦੇ ਹੋਏ ਅੱਜ ਮਾਂ ਦੀ ਕੁੱਖ ਨੂੰ ਧੀਆਂ ਦੀ ਕਬਰਗਾਹ ਬਣਾਇਆ, ਧੀਆਂ ਦੀ ਕਤਲਗਾਹ ਬਣਾਇਆ। ਜਦੋਂ ਪਤਾ ਲੱਗਦਾ ਨਾ ਕਿ ਮਾਂ ਦੀ ਕੁੱਖ ਦੇ ਵਿੱਚ ਪਲ ਰਿਹਾ ਬੱਚਾ, ਮੁੰਡਾ ਨਹੀਂ ਕੁੜੀ ਹੈ, ਉਹਨੂੰ ਕੋਹ ਕੇ ਉਹਦਾ ਕਤਲ ਕਰ ਦਿੱਤਾ ਜਾਂਦਾ ਹੈ, ਉਹਦਾ ਅੰਗ ਨੋਚਿਆ ਜਾਂਦਾ ਹੈ। ਔਰ ਬਾਅਦ ਦੇ ਵਿੱਚ ਉਸ ਬੱਚੀ ਨੂੰ ਜਨਮ ਲੈਣ ਤੋਂ ਪਹਿਲਾਂ ਹੀ ਮਾਂ ਦੀ ਕੁੱਖ 'ਚ ਕਤਲ ਕਰਨ ਤੋਂ ਬਾਅਦ ਕਿਸੇ ਗੰਦ ਦੇ ਵਿੱਚ ਸੁੱਟ ਦਿੱਤਾ ਜਾਂਦਾ ਹੈ। ਉਹ ਗੰਦ ਦੀਆਂ ਨਾਲੀਆਂ ਦੇ ਵਿੱਚ ਕੀੜੇ ਮਕੌੜੇ ਕੁੱਤਿਆਂ ਦਾ ਸ਼ਿਕਾਰ ਬਣਦੀ ਹੈ। ਅੱਜ ਲੋੜ ਇਸ ਗੱਲ ਦੀ ਹੈ ਅਸੀਂ ਸੁਚੇਤ ਹੁੰਦੇ ਹੋਏ ਆ ਮਾਂ ਦੀ ਕੁੱਖ ਨੂੰ ਕਤਲਗਾਹ ਬਣਨ ਤੋਂ, ਧੀਆਂ ਦੀ ਕਤਲਗਾਹ ਬਣਨ ਤੋਂ ਬਚਾਈਏ। ਅੰਤ 'ਚ ਅਸੀਂ ਇਹ ਕਹਿ ਸਕਦੇ ਹਾਂ, ਅੱਜ ਲੋੜ ਹੈ ਅਸੀਂ ਆਪਣੇ ਗੌਰਵ ਦੇ ਵਿਰਸੇ ਤੋਂ ਸੇਧ ਲੈ ਕੇ ਆਪਣਾ ਫਰਜ਼ ਪਛਾਣੀਏ, ਔਰਤ ਦੀ ਮਹਾਨਤਾ ਨੂੰ ਸਮਝਦੇ ਹੋਏ ਔਰਤ ਨੂੰ ਵੱਡਾ ਮਾਣ ਦਈਏ ਅਤੇ ਕੰਨਿਆ ਭਰੂਣ ਹੱਤਿਆ ਦੇ ਮਹਾਂਪਾਪ ਤੋਂ ਬਚੀਏ ਅਤੇ ਹੋਰਨਾਂ ਨੂੰ ਵੀ ਸੁਚੇਤ ਕਰੀਏ ਤਾਂ ਜੋ ਨਰੋਏ ਅਤੇ ਨਿੱਘਰ ਸਮਾਜ ਦੀ ਸਿਰਜਣਾ ਹੋ ਸਕੇ। ਇਹੋ ਹੀ ਸੁਨੇਹਾ ਮੈਂ ਅੱਜ ਅੰਤਰਰਾਸ਼ਟਰੀ ਮਹਿਲਾ ਦਿਵਸ 'ਤੇ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ। ਇੰਨਾ ਕੁਝ ਕਹਿੰਦਾ ਹੋਇਆ ਮੈਂ ਖਿਮਾ ਦਾ ਜਾਚਕ ਹਾਂ। ਤੁਹਾਡੇ ਨਾਲ ਵਿਚਾਰਾਂ ਦੀ ਸਾਂਝ ਕਰਦੇ ਹਾਂ। ਕੋਈ ਸ਼ਬਦ ਐਸਾ ਵਰਤ ਗਿਆ ਹੋਵਾਂ ਜਿਹਦੇ ਨਾਲ ਕਿਸੇ ਦੇ ਹਿਰਦੇ ਨੂੰ ਠੇਸ ਪਹੁੰਚੀ ਹੋਵੇ, ਉਹਦੇ ਲਈ ਮੈਂ ਖਿਮਾ ਦਾ ਜਾਚਕ ਹਾਂ। ਇੱਕ ਵਾਰ ਫੇਰ
ਤੁਹਾਡਾ ਸਭਨਾਂ ਦਾ ਬਹੁਤ ਬਹੁਤ ਧੰਨਵਾਦ। ਵਿਸ਼ੇਸ਼ ਤੌਰ 'ਤੇ ਭੈਣ ਜੀ ਦਲਜੀਤ ਕੌਰ ਜੀ, ਇੱਥੋਂ ਦਾ ਸਮੁੱਚਾ ਸਟਾਫ, ਸਮੁੱਚੇ ਪ੍ਰਬੰਧਕ, ਸਰਦਾਰ ਭੁਪਿੰਦਰ ਸਿੰਘ ਜੀ, ਸਰਦਾਰ ਵਿਕਰਮਜੀਤ ਸਿੰਘ, ਸਾਧੂ ਸੰਤ ਸਿੰਘ, ਉਹਨਾਂ ਦਾ ਬਹੁਤ ਬਹੁਤ ਧੰਨਵਾਦ।